ਬਾਕੀ ਸੂਬਿਆਂ ਜਿੰਨਾ ਵਿਤਕਰਾ ਹੋ ਰਿਹਾ ਦਲਿਤ ਭਾਈਚਾਰੇ ਦਾ ਪੰਜਾਬ 'ਚ ਹੀ ਉਹਨਾਂ ਹੋ ਰਿਹਾ ਜੀ। ਅਨੁਸੂਚਿਤ ਜਾਤੀਆਂ ਦੇ ਨਾਲ, ਦਲਿਤਾਂ ਦੇ ਨਾਲ, ਦੱਬੇ ਕੁਚਲਿਆਂ ਦੇ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ, ਬਹੁਤ ਜ਼ਿਆਦਾ ਜਾਤੀ ਵਿਤਕਰਾ ਹੋ ਰਿਹਾ ਹੈ। ਇਹ ਗੱਲ ਠੀਕ ਹੈ ਕਿ ਪੰਜਾਬ ਉਸ ਤੋਂ ਥੋੜ੍ਹਾ ਬਚਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਨੇ, ਲੇਕਿਨ ਅੰਦਰ ਜਾਤ ਪਾਤ ਦਾ ਜਿਹੜਾ ਜ਼ਹਿਰ ਹੈ, ਬੀਜ ਹੈ, ਉਹ ਉਸੇ ਤਰ੍ਹਾਂ ਬਰਕਰਾਰ ਹੈ। ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਵੀ ਵੱਖਰੇ ਕੀਤੇ ਹੋਏ ਨੇ ਕਿ ਇਹ ਜਰਨਲ ਵਰਗ ਦਾ ਜੀ, ਇਹ ਐਸੀਆਂ ਦਾ ਜੀ। ਐਸੀਆਂ ਦੇ ਸ਼ਮਸ਼ਾਨ ਘਾਟਾਂ ਨਾਲ ਡੰਗਰ ਜਿਹੜੇ ਮਰੇ ਹੋਏ ਨੇ ਉਹ ਸੁੱਟੇ ਜਾ ਰਹੇ ਨੇ, ਹੱਡਾਂ ਰੋੜੀਆਂ ਅਟੈਚ ਕੀਤੀਆਂ ਗਈਆਂ ਨੇ ਅਨਆਥੋਰਾਈਜ਼ਡ, ਜਿਹੜੀਆਂ ਕਿ ਕਾਗਜ਼ਾਂ 'ਚ ਹੀ ਹੈ ਨਹੀਂ। ਪਹਿਲੀ ਵਾਰੀ ਅਸੀਂ ਸਰਕਾਰ ਨਕੰਮੀ ਦੇਖੀ ਹੈ। ਇੱਕ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਉਣ ਨਾਲ ਥੋੜ੍ਹੀ ਸਾਨੂੰ ਜਿਹੜਾ ਹੈਗਾ ਸਾਡੇ ਅਧਿਕਾਰ ਮਿਲ ਜਾਣਗੇ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਕਹਿਤਾ ਕਿ ਹਰ ਦਫ਼ਤਰ 'ਚ ਬਾਬਾ ਸਾਹਿਬ ਦੀ ਫੋਟੋ ਲੱਗੂਗੀ, ਹਰ ਦਫ਼ਤਰ 'ਚ ਭਗਤ ਸਿੰਘ ਦੀ ਫੋਟੋ ਲੱਗੂਗੀ। ਉਹ ਭਰਾਵੋ, ਫੋਟੋਆਂ ਅਸੀਂ ਚੱਟਣੀਆਂ ਨੇ ਯਾਰ, ਫੋਟੋਆਂ ਅਸੀਂ ਚੱਟਣੀਆਂ ਥੋੜ੍ਹੀਆਂ, ਸਾਨੂੰ ਤਾਂ ਸਾਡੇ ਰਾਈਟਸ ਦੇ ਦੇ। ਮਤਲਬ ਅਸੀਂ ਪੰਜਾਬ ਦੇ ਲੋਕ ਗੁਰੂ ਨੂੰ ਮੰਨਦੇ ਨੇ, ਲੇਕਿਨ ਗੁਰੂ ਦੇ ਫਲਸਫੇ ਨੂੰ ਨਹੀਂ ਮੰਨਦੇ। ਗੁਰੂ ਘਰ ਵੱਖਰੇ ਕਰਨ ਦੀ ਕੀ ਲੋੜ ਸੀ ਜੇ ਅਸੀਂ ਗੁਰੂ ਨੂੰ ਅਸਲ 'ਚ ਮੰਨਦੇ ਹੁੰਦੇ। MLA ਬਣ ਕੇ 34-5 ਸਾਲ ਬਾਅਦ ਦਲਿਤ ਰਹਿੰਦੇ ਜੀ। ਨਹੀਂ, ਰਹਿਣਾ ਤਾਂ ਉਹਨਾਂ ਨੇ ਦਲਿਤ ਹੀ ਹੈ, ਰਹਿਣਾ ਤਾਂ ਉਹਨਾਂ ਨੇ ਸ਼ਡਿਊਲ ਕਾਸਟ ਹੀ ਹੈ। ਸਿਰਫ ਪਾਰਟੀਆਂ ਦੇ ਹੱਥ ਠੋਕੇ ਹੁੰਦੇ ਨੇ ਔਰ ਪਾਰਟੀਆਂ ਲਈ ਕੰਮ ਕਰਦੇ ਨੇ। ਪਾਰਟੀਆਂ ਨੂੰ ਇੱਕ ਸੀਰੀ ਮਿਲਿਆ ਹੋਇਆ, ਪਾਰਟੀਆਂ ਨੂੰ ਇੱਕ ਆਪਣਾ ਹੱਥ ਠੋਕਾ ਮਿਲਿਆ ਹੋਇਆ, ਪਾਰਟੀਆਂ ਨੂੰ ਇੱਕ ਹਾਂਜੀ ਸਰ ਕਹਿਣ ਵਾਲਾ ਬੰਦਾ ਮਿਲਿਆ ਹੋਇਆ। ਜਾਤੀ ਵਿਤਕਰਾ ਨਾ ਭਾਜੀ, ਉਹ ਆਰਥਿਕਤਾ ਨੂੰ ਦੇਖ ਕੇ ਨਹੀਂ ਹੋ ਰਿਹਾ, ਉਹ ਕਾਸਟ ਨੂੰ ਦੇਖ ਕੇ ਹੋ ਰਿਹਾ ਹੈਗਾ। ਦਲਿਤ ਹੀ ਦਲਿਤਾਂ ਦੇ ਪੈਸੇ ਖਾ ਗਏ। ਤੁਹਾਡੀ ਗੱਲ ਠੀਕ ਹੈ, ਕਿਉਂਕਿ ਦਲਿਤ ਮਿਨਿਸਟਰ ਸੀਗਾ, ਸਾਧੂ ਸਿੰਘ ਧਰਮਸੋਤ ਸੀਗਾ, ਉਹਦੇ ਤੇ ਆਰੋਪ ਲੱਗੇ ਕਿ ਉਹਨੇ ਜਿਹੜਾ 68 ਕਰੋੜ ਰੁਪਈਆ ਖਾਧਾ। ਦੇਸ਼ ਆਪਣੀ 75ਵੀਂ ਆਜ਼ਾਦੀ ਵਰ੍ਹੇਗੰਢ ਮਨਾ ਚੁੱਕਾ। ਇਹਨਾਂ 75 ਸਾਲ ਬੀਤਣ ਦੇ ਬਾਵਜੂਦ ਕੀ ਦੇਸ਼ ਅੰਦਰ ਜਾਂ ਪੰਜਾਬ ਅੰਦਰ ਜਿਹੜੇ ਦੱਬੇ ਕੁਚਲੇ ਵਰਗ ਦੇ ਲੋਕ, ਉਹਨਾਂ ਦਾ ਸ਼ੋਸ਼ਣ ਹੋਣਾ ਬੰਦ ਹੋ ਚੁੱਕਾ ਜਾਂ ਨਹੀਂ, ਜਾਂ ਫਿਰ ਕੀ ਉਹ ਰਾਜਨੀਤਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਆਰਥਿਕ ਤੌਰ 'ਤੇ ਇੰਨੇ ਮਜ਼ਬੂਤ ਹੋ ਚੁੱਕੇ ਨੇ ਕਿ ਉਹਨਾਂ ਦਾ ਜਿਹੜਾ ਜੀਵਨ ਜਾਂਚ ਆ ਜਾਂ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਜੀਵਨ ਜਾਂਚ ਦੀ ਤਸਵੀਰ ਆ ਉਹ ਬਦਲੀ ਆ। ਯੂਨੀਵਰਸਿਟੀਆਂ ਦੇ ਲੈਵਲ 'ਤੇ, ਪਿੰਡ ਲੈਵਲ 'ਤੇ, ਸਕੂਲਾਂ ਲੈਵਲ 'ਤੇ ਨੌਕਰੀਆਂ ਦੇ ਮਸਲੇ 'ਚ ਕੀ ਉਹਨਾਂ ਦਾ ਉਥਾਨ ਹੋਇਆ। ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ ਡਾਕਟਰ ਜਤਿੰਦਰ ਸਿੰਘ ਮੱਟੂ, ਜਿਹੜੇ ਡਾਕਟਰ BR ਅੰਬੇਦਕਰ ਕਰਮਚਾਰੀ ਮਹਾਂਸੰਘ ਦੇ ਸੂਬਾ ਪ੍ਰਧਾਨ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਇਹਨਾਂ ਮਸਲਿਆਂ ਨੂੰ ਲੈ ਕੇ ਸਰਕਾਰਾਂ ਦੇ ਨਾਲ, ਸਰਕਾਰੀ ਦਰਬਾਰੇ ਲੜਦੇ ਵੀ ਆ ਰਹੇ ਨੇ ਤੇ ਆਪਣੇ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ABC ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਤੁਹਾਡੇ ਲਗਾਤਾਰ ਸੋਸ਼ਲ ਮੀਡੀਆ 'ਤੇ ਤੁਹਾਨੂੰ ਦੇਖਦਾ ਰਹਿੰਦਾ ਹੈਗਾ ਔਰ ਤੁਸੀਂ ਕਾਫੀ ਲੜਾਈ ਵੀ ਲੜ ਰਹੇ, ਜੱਦੋਜਹਿਦ ਵੀ ਕਰ ਰਹੇ ਨੇ ਕਿ ਵਾਕਈ ਅਗਰ ਬਾਕੀ ਹਿੰਦੁਸਤਾਨ ਨੂੰ ਆਪਾਂ ਛੱਡਦੇ, ਕਿਉਂਕਿ ਜਿੰਨੇ ਪੰਜਾਬ 'ਚ, ਕਿਉਂਕਿ ਬਾਬੇ ਨਾਨਕ ਦੀ ਧਰਤੀ ਹੈ, ਸਰਬੱਤ ਦੇ ਭਲੇ ਦੀ ਹੈ, ਨਾ ਕੋਈ ਜਾਤ ਨਾ ਪਾਤ। ਬਾਕੀ ਸੂਬਿਆਂ ਜਿੰਨਾ ਵਿਤਕਰਾ ਹੋ ਰਿਹਾ ਦਲਿਤ ਭਾਈਚਾਰੇ ਦਾ ਪੰਜਾਬ 'ਚ ਹੀ ਉਹਨਾਂ ਹੋ ਰਿਹਾ ਜੀ। ਭੁੱਲਰ ਸਾਹਿਬ, ਇੱਦਾਂ ਹੈਗਾ ਕਿ ਭਾਰਤ ਦੀ ਤਸਵੀਰ ਹੀ, ਮੈਂ ਕਹਿੰਦਾ ਵੀ ਦੇਸ਼ ਚਾਹੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਣਾ ਰਿਹਾ ਔਰ ਦਾਅਵੇ ਕਰ ਰਿਹਾ ਸਰਕਾਰਾਂ, ਹੁਕਮਰਾਨ ਸਰਕਾਰਾਂ ਕਿ ਅਸੀਂ ਜਿਹੜੀ ਦੇਸ਼ ਦੀ ਤਸਵੀਰ ਬਦਲ ਦਿੱਤੀ ਹੈ ਔਰ ਦੇਸ਼ 'ਚ ਭੇਦਭਾਵ ਨਹੀਂ ਹੈ, ਦੇਸ਼ 'ਚ ਹਰ ਇੱਕ ਲਈ ਬਰਾਬਰਤਾ ਹੈ। ਲੇਕਿਨ ਇਹ ਸਾਰਾ ਇੱਕ ਤਰਫਾ ਤਸਵੀਰ ਹੈ। ਇਹਦੇ ਪਿੱਛੇ ਬੈਕਗਰਾਊਂਡ 'ਤੇ ਬੜਾ ਕੁਛ ਜਿਹੜਾ ਹੈਗਾ ਅਨੁਸੂਚਿਤ ਜਾਤੀਆਂ ਦੇ ਨਾਲ, ਦਲਿਤਾਂ ਦੇ ਨਾਲ, ਦੱਬੇ ਕੁਚਲਿਆਂ ਦੇ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ, ਬਹੁਤ ਜ਼ਿਆਦਾ ਜਾਤੀ ਵਿਤਕਰਾ ਹੋ ਰਿਹਾ ਹੈ। ਇਹ ਗੱਲ ਠੀਕ ਹੈ ਕਿ ਪੰਜਾਬ ਉਸ ਤੋਂ ਥੋੜ੍ਹਾ ਬਚਿਆ ਹੋਇਆ। ਬਾਕੀ ਰਾਜਾਂ 'ਚ UP ਲਾ ਲਓ ਤੁਸੀਂ ਜਾਂ ਰਾਜਸਥਾਨ ਲਾ ਲਓ, ਤਾਜ਼ੀਆਂ ਘਟਨਾਵਾਂ ਕਿੰਨੀਆਂ ਘਟੀਆਂ ਨੇ। ਅਤੇ ਹੋਰ ਰਾਜਾਂ 'ਚ ਵੀ ਲਗਾਤਾਰ ਜਿਹੜੇ ਦਲਿਤ ਨੇ, ਜਿਹੜੇ ਅਨੁਸੂਚਿਤ ਜਾਤੀ ਲੋਕ ਨੇ, ਸ਼ੂਦਰ ਲੋਕ ਨੇ, ਉਹਨਾਂ ਨੂੰ ਦਬਾ ਕੇ ਜਿਹੜਾ ਰੱਖਿਆ ਜਾਂਦਾ, ਕੁੱਟਿਆ ਮਾਰਿਆ ਜਾਂਦਾ, ਉਹਨਾਂ ਨਾਲ ਡਿਸਕ੍ਰੀਮੀਨੇਸ਼ਨ ਹੁੰਦਾ, ਉਹਨਾਂ ਨਾਲ ਐਟਰੋਸਿਟੀਜ਼ ਹੁੰਦੀਆਂ ਨੇ। ਉਹ ਤਾਂ ਅੰਤਾਂ ਦੀਆਂ ਪਈਆਂ ਨੇ। ਜਿਹੜਾ ਹੈਗਾ ਨੈਸ਼ਨਲ ਕ੍ਰਾਈਮ ਬਿਊਰੋ ਰਿਕਾਰਡ ਹੈ, ਉਹਦੇ ਤੁਸੀਂ ਅੰਕੜੇ ਚੱਕੋਗੇ ਤਾਂ ਤੁਸੀਂ ਖੁਦ ਹਿੱਲ ਜਾਓਗੇ ਕਿ ਇੰਨੀਆਂ ਘਟਨਾਵਾਂ, ਮਤਲਬ ਉਹ ਲੱਖਾਂ 'ਚ ਨੇ ਘਟਨਾਵਾਂ। ਅਤੇ ਲੇਕਿਨ ਪੰਜਾਬ ਨਾਲ ਹੁਣ ਅਸੀਂ ਜੁੜੇ ਹਾਂ ਤਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਵੀ ਜਿਹੜਾ ਕਿਤੇ ਨਾ ਕਿਤੇ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸੰਦੇਸ਼ ਦਿੱਤਾ ਕਿ ਮਾਨਸ ਕੀ ਜਾਤ ਸਭ ਹੈ ਇੱਕੋ ਪਹਿਚਾਨਵੋ, ਲੇਕਿਨ ਉਹ ਕਨਸੈਪਟ ਵੀ ਸਿਰਫ ਗੁਰੂ ਸਾਹਿਬਾਂ ਦਾ ਕਨਸੈਪਟ ਰਹਿ ਗਿਆ। ਕੁਛ ਲੋਕ ਨੇ ਜਿਹੜੇ ਉਹ ਠੀਕ ਨੇ, ਗੁਰੂ ਸਾਹਿਬ ਦੇ ਕਨਸੈਪਟ ਨੂੰ ਮੰਨਦੇ ਨੇ, ਲੇਕਿਨ ਜ਼ਿਆਦਾਤਰ ਭੇਖਾਧਾਰੀ ਲੋਕ ਨੇ। ਮਤਲਬ ਭੇਖ ਧਾਰਿਆ ਹੋਇਆ ਉਹਨਾਂ ਨੇ, ਗੁਰੂ ਸਾਹਿਬ ਨੂੰ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਨੇ, ਲੇਕਿਨ ਅੰਦਰ ਜਾਤ ਪਾਤ ਦਾ ਜਿਹੜਾ ਜ਼ਹਿਰ ਹੈ, ਬੀਜ ਹੈ, ਉਹ ਉਸੇ ਤਰ੍ਹਾਂ ਬਰਕਰਾਰ ਹੈ। ਕਿਉਂਕਿ ਪੰਜਾਬ ਦੇ ਵਿੱਚ ਜੇ ਗੁਰੂ ਸਾਹਿਬ ਦੀ ਆਈਡੀਓਲੋਜੀ ਨੂੰ ਮੰਨਿਆ ਹੁੰਦਾ, ਜੇ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਮੰਨਿਆ ਹੁੰਦਾ ਤਾਂ ਫਿਰ ਪੰਜਾਬ ਦੇ ਵਿੱਚ ਗੁਰੂ ਘਰ ਕਦੇ ਵੱਖਰੇ ਨਹੀਂ ਹੋਣੇ ਸੀਗੇ। ਅੱਛਾ ਡਾਕਟਰ ਸਾਹਿਬ, ਤੁਸੀਂ ਜਿਸ ਪੰਜਾਬੀ ਯੂਨੀਵਰਸਿਟੀ ਗੁਰਮਤਿ ਸੰਗੀਤ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਹੋ,
ਮਤਲਬ ਕਿ ਅਸੀਂ ਪੰਜਾਬ ਦੇ ਲੋਕ ਗੁਰੂ ਨੂੰ ਮੰਨਦੇ ਨੇ ਲੇਕਿਨ ਗੁਰੂ ਦੇ ਫਲਸਫੇ ਨੂੰ ਨਹੀਂ ਮੰਨਦੇ। ਮੈਂ ਉਹੀ ਗੱਲ ਤੁਹਾਡੇ ਨਾਲ ਫਿਰ ਅੱਗੇ ਜਿਹੜੀ ਚੱਲਦੀ ਕਰ ਰਿਹਾ ਕਿ ਗੁਰੂ ਸਾਹਿਬ ਨੇ ਤਾਂ ਕਨਸੈਪਟ ਦੇਤਾ। ਗੁਰੂ ਸਾਹਿਬ ਨੇ ਤਾਂ ਕਹਿਤਾ ਕਿ ਇੱਕ ਪਾਸੇ ਭਾਈ ਲਾ ਲਓ, ਇੱਕ ਪਾਸੇ ਮਲਕ ਭਾਗੋ। ਤੇ ਉਹਨਾਂ ਨੇ ਕਹਿਤਾ ਸੀ ਮੈਂ ਜਿਹੜੀ ਹੈਗੀ ਆ ਤੇਰੀ ਰਾਤ ਵਾਲੀ ਰੋਟੀ ਨਹੀਂ ਖਾਊਂਗਾ, ਮੈਂ ਤਾਂ ਮਿਹਨਤ ਮਜ਼ਦੂਰੀ ਵਾਲੀ ਰੋਟੀ ਖਾਊਂਗਾ। ਤੇ ਉਹਨਾਂ ਨੇ ਤਾਂ ਲੰਗਰ ਦੇ ਵਿੱਚ ਇਕੱਠੇ ਬਿਠਾਇਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇੱਕ ਬਾਟੇ 'ਚ ਅੰਮ੍ਰਿਤ ਛਕਾ ਕੇ ਪੂਰੀ ਲੁਕਾਈ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਪੰਜਾਬ ਦੇ ਵਿੱਚ ਜਿੱਥੋਂ ਗੁਰੂ ਪੀਰਾਂ ਪੈਗੰਬਰਾਂ ਨੇ ਐਡੀ ਵੱਡੀ ਤਾਦਾਦ ਦੇ ਵਿੱਚ ਇੱਥੇ ਜਨਮ ਲਿਆ ਜਾਂ ਇੱਥੇ ਰਹੇ, ਤਾਂ ਉਹ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਸਿਧਾਂਤ ਹੀ ਨਹੀਂ ਮੰਨੇ। ਮੈਂ ਕਹਿ ਰਿਹਾ ਕਿ ਪਿੰਡਾਂ ਦੇ ਵਿੱਚ ਗੁਰੂ ਘਰ ਵੱਖਰੇ ਕਰਨ ਦੀ ਕੀ ਲੋੜ ਸੀ ਜੇ ਅਸੀਂ ਗੁਰੂ ਨੂੰ ਅਸਲ 'ਚ ਮੰਨਦੇ ਹੁੰਦੇ। ਗੁਰੂ ਨੂੰ ਅਸਲ 'ਚ ਮੰਨਿਆ ਹੀ ਨਹੀਂ, ਸਿਰਫ ਇੱਕ ਭੇਖ ਧਾਰਿਆ ਔਰ ਕਬਜ਼ਾ ਕੀਤਾ ਕਿ ਗੁਰੂ ਘਰਾਂ ਜਿਹੜੇ ਸੋ ਕਾਲਡ ਸਾਡੇ ਉਹ ਧਨਾੜ ਲੋਕ ਨੇ ਜਾਂ ਸਰਮਾਏਦਾਰ ਨੇ, ਇੱਕ ਕਬਜ਼ਾ ਹੋ ਗਿਆ ਉਹਨਾਂ ਦਾ ਧਾਰਮਿਕ ਸਥਾਨਾਂ 'ਤੇ। ਇਸ ਕਬਜ਼ੇ ਦੇ ਕਰਕੇ ਹੀ ਜਿਹੜੀ ਸਾਡੇ ਸੋ ਕਾਲਡ ਜਿਹਨਾਂ ਨੂੰ ਅਸੀਂ ਛੋਟੀ ਜਾਤ ਦਾ ਕਹਿੰਦੇ ਹਾਂ ਵੀ ਅਸੀਂ ਇਹ ਨੀਵੇਂ ਨੇ ਜੀ, ਇਹ ਜਿਹੜੀ ਵਰਨ ਵਿਵਸਥਾ ਹੈ, ਜਿਹੜੀ ਹਿੰਦੂ ਦੀ ਵਰਨ ਵਿਵਸਥਾ ਹੈਗੀ ਆ, ਉਹਦੇ ਅਨੁਸਾਰ ਸਾਨੂੰ ਵੰਡਤਾ 4 ਵਰਨਾਂ ਦੇ ਵਿੱਚ, ਅਤੇ ਉਹਦੇ ਅਨੁਸਾਰ ਕਹਿੰਦਾ ਵੀ ਇਹ ਜਿਹੜਾ ਛੋਟਾ ਕੰਮ ਕਰ ਰਿਹਾ ਇਹ ਫਲਾਣੀ ਜਾਤੀ ਨਾਲ ਸੰਬੰਧਿਤ ਹੈ। ਸਿੱਖ ਫਲਸਫੇ ਤੇ ਮਨੂ ਸਮ੍ਰਿਤੀ ਕੰਮ ਕਰ ਰਹੀ ਹੈ, ਤੁਸੀਂ ਇਹ ਕਹਿ ਰਹੇ? ਹਾਂ ਬਿਲਕੁਲ, ਨਹੀਂ ਸਿੱਖ ਫਲਸਫੇ 'ਤੇ ਵੀ ਮਨੂ ਸਿਮਰਤੀ ਕੰਮ ਕਰ ਰਹੀ ਹੈ ਅਤੇ ਉਹ ਵੀ ਉਹਨਾਂ ਦਾ ਹੌਲੀ ਹੌਲੀ ਜਿਹੜਾ ਹੈਗਾ ਕਬਜ਼ਾ ਉੱਧਰਲੇ ਪਾਸੇ ਨੂੰ ਵੱਧਦਾ ਜਾ ਰਿਹਾ। ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਧਰਮ ਹੈ ਸਭ ਤੋਂ ਵੱਡਾ ਇੱਕ ਸਾਡਾ ਜਿਹੜੀ ਸਾਡੀ ਚਾਦਰ ਹੈ, ਸਾਡਾ ਓਟ ਹੈ, ਸਾਡਾ ਆਸਰਾ ਹੈ। ਗੁਰੂ ਸਾਹਿਬ ਸਾਡੇ ਆਸਰਾ ਨੇ, ਹੋਰ ਪੀਰ ਪੈਗੰਬਰ ਸਾਡੇ ਜਿੰਨੇ ਰਿਸ਼ੀ ਮੁਨੀ ਸਭ ਸਾਡਾ ਆਸਰਾ ਨੇ। ਲੇਕਿਨ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਭਾਜੀ ਨਹੀਂ ਮੰਨਿਆ ਅਤੇ ਉਹਨਾਂ ਨੇ ਉਹ ਅੱਜ ਫੇਰ ਦੁਬਾਰਾ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਵੱਖਰੇ ਵੱਖਰੇ ਗੁਰੂ ਘਰ ਕਰਕੇ ਇਹ ਸਿੱਧ ਕਰ ਦਿੱਤਾ ਕਿ ਅਸੀਂ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਾਂ। ਅਸੀਂ ਰੱਖਣਾ ਤਾਂ ਆਪਣੇ ਅੰਦਰ ਜ਼ਹਿਰ ਚਾਹੁੰਦੇ ਹਾਂ ਅਤੇ ਲੇਕਿਨ ਮੰਨਣਾ ਗੁਰੂ ਸਾਹਿਬ ਨੂੰ ਚਾਹੁੰਦੇ ਹਾਂ। ਜੇ ਗੁਰੂ ਸਾਹਿਬ ਨੂੰ ਮੰਨਿਆ ਹੁੰਦਾ, ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਮੰਨਿਆ ਹੁੰਦਾ, ਤਾਂ ਫਿਰ ਅੱਜ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਆ ਜਿਹੜਾ ਵਿਤਕਰਾ ਬਣ ਰਿਹਾ ਹੈ, ਨਫ਼ਰਤਬਾਜ਼ੀ ਪੈਦਾ ਹੋ ਰਹੀ ਹੈ, ਇਹ ਸ਼ਾਇਦ ਨਾ ਹੁੰਦੀ। ਗੁਰੂ ਘਰ ਦੀ ਤੁਸੀਂ ਗੱਲ ਕੀਤੀ, ਪੰਜਾਬ ਦੇ ਬਹੁਤੇ ਪਿੰਡ ਹੈ ਜਿੱਥੇ ਮੜੀਆਂ ਵੀ ਵੱਖੋ ਵੱਖ ਨੇ। ਬਿਲਕੁਲ ਭਾਜੀ, ਹੁਣ ਭੁੱਲਰ ਸਾਹਿਬ ਇੱਦਾਂ ਕਿ ਮਰ ਕੇ ਬੰਦਾ ਰਾਖ ਹੁੰਦਾ, ਮਰਨ ਤੋਂ ਬਾਅਦ ਕੋਈ ਜਾਤ ਨਹੀਂ ਹੁੰਦੀ, ਕੋਈ ਪਾਤ ਨਹੀਂ ਹੁੰਦੀ। ਇਹ ਤਾਂ ਜਦੋਂ ਮਨੁੱਖ ਜਨਮ ਲੈਂਦਾ ਨਾ, ਉਦੋਂ ਆ ਕੇ ਇਸ ਦੁਨੀਆ ਨੇ ਬਣਾਤਾ। ਪਰਮਾਤਮਾ ਨੇ ਤਾਂ ਕੋਈ ਮੱਥੇ 'ਤੇ ਲਿਖ ਕੇ ਨਹੀਂ ਭੇਜਿਆ ਕਿ ਤੂੰ ਫਲਾਂ ਜਾਤ ਦਾ ਬੰਦਾ। ਉਹਨੇ ਤਾਂ ਖੂਨ ਸਾਡਾ ਇੱਕੋ ਹੀ ਲਾਲ ਕੀਤਾ, ਇੱਕੋ ਰੰਗ ਦਾ ਖੂਨ ਕੀਤਾ। ਅਤੇ ਇਨਸਾਨ ਨੇ ਇਨਸਾਨ ਨੂੰ ਆਪਣੇ ਤੋਂ ਦੂਰ ਕਰਨ ਲਈ, ਆਪਣੀ ਜਿਹੜਾ ਸਟੇਟਸ ਦੀ ਇੱਕ ਅਲੱਗ ਪਹਿਚਾਣ ਰੱਖਣ ਲਈ, ਆਪਣੀਆਂ ਜਿਹੜੀਆਂ ਹੈਗੀਆਂ ਨੇ ਆਰਥਿਕ ਸ਼ੋਸ਼ਣ, ਆਰਥਿਕ ਜਿਹੜੇ ਹੈਗੇ ਨੇ ਹੀਲੇ ਵਸੀਲੇ ਉਹਨਾਂ ਦੇ ਉੱਪਰ ਹੋਣ ਕਰਕੇ ਉਹਨਾਂ ਨੇ ਇੱਕ ਕੈਟਾਗਰੀ ਵਾਈਜ਼ ਵੰਡ ਕਰ ਦਿੱਤੀ। ਉਹਨੇ ਲਗਾਤਾਰ ਮਨੁੱਖਤਾ ਦਾ ਜਿਹੜਾ ਪਾੜਾ ਵਧਾਇਆ ਔਰ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟ ਵੀ ਵੱਖਰੇ ਕੀਤੇ ਹੋਏ ਨੇ ਕਿ ਇਹ ਜਰਨਲ ਵਰਗ ਦਾ ਜੀ, ਇਹ ਐਸੀਆਂ ਦਾ ਜੀ। ਅਤੇ ਹੁਣ ਐਸਸੀ ਵਰਗ ਦੇ ਜਿਹੜੇ ਸ਼ਮਸ਼ਾਨ ਘਾਟ ਨੇ, ਮੈਂ ਇੱਕ ਪਿੱਛੇ ਜੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਔਰ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਭੇਜਿਆ ਕਿ ਐਸੀਆਂ ਦੇ ਸ਼ਮਸ਼ਾਨ ਘਾਟਾਂ ਨੂੰ ਨਹੀਂ ਬਖਸ਼ਿਆ ਜਾ ਰਿਹਾ। ਐਸੀਆਂ ਦੇ ਸ਼ਮਸ਼ਾਨ ਘਾਟਾਂ ਨਾਲ ਡੰਗਰ ਜਿਹੜੇ ਮਰੇ ਹੋਏ ਨੇ ਉਹ ਸੁੱਟੇ ਜਾ ਰਹੇ ਨੇ, ਹੱਡਾਂ ਰੋੜੀਆਂ ਅਟੈਚ ਕੀਤੀਆਂ ਗਈਆਂ ਨੇ ਅਨਆਥੋਰਾਈਜ਼ਡ, ਜਿਹੜੀਆਂ ਕਿ ਕਾਗਜ਼ਾਂ 'ਚ ਹੀ ਹੈ ਨਹੀਂ। ਅਤੇ ਇਹ ਵੀ ਇੱਕ ਬਹੁਤ ਵੱਡਾ ਸ਼ੋਸ਼ਣ ਹੈ ਪੰਜਾਬ ਦੇ ਵਿੱਚ। ਤੁਸੀਂ ਕਹਿ ਰਹੇ ਸੀ ਨਾ ਕਿ ਪੰਜਾਬ ਦੇ ਵਿੱਚ ਫਰਕ ਹੈ, ਅਤੇ ਲੇਕਿਨ ਡੇ ਬਾਏ ਡੇ ਲਗਾਤਾਰ ਜਿਹੜਾ ਪਾੜਾ ਔਰ ਵਿਤਕਰਾ ਔਰ ਛੂਆ ਛਾਤ ਹੈ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਗੁਰੂ ਘਰ ਵੱਖਰੇ ਕਰਤੇ ਪਹਿਲਾਂ, ਹੁਣ ਸ਼ਮਸ਼ਾਨ ਘਾਟ ਵੱਖਰੇ ਕਰਤੇ। ਪਿੱਛੇ ਜੇ ਸਾਡੇ ਇੱਕ ਪਟਿਆਲਾ ਤੋਂ MP ਰਹੇ ਨੇ ਧਰਮਵੀਰ ਗਾਂਧੀ ਜੀ, ਉਹਨਾਂ ਨੇ ਇੱਕ ਮੁੱਦਾ ਚੁੱਕਿਆ ਸੀ ਕਿ ਮੈਂ ਗ੍ਰਾਂਟ ਹੀ ਉਹਨਾਂ ਨੂੰ ਦਊਂਗਾ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਜਿਹੜੇ ਆਪਣੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਗੇ, ਜਿਹੜੇ ਇਕੱਠੇ ਰਹਿਣਗੇ, ਜਿਹੜੇ ਆਪਣੇ ਸ਼ਮਸ਼ਾਨ ਘਾਟਾਂ ਨੂੰ ਇਕੱਠਾ ਕਰਨਗੇ ਜਾਂ ਗੁਰੂ ਘਰਾਂ ਨੂੰ ਇਕੱਠਾ ਕਰਨਗੇ, ਮੈਂ ਉਸ ਪਿੰਡ ਦੀ ਬਿਹਤਰੀ ਲਈ ਕੰਮ ਕਰੂੰਗਾ। ਸੋ ਐਸੀ ਸਰਕਾਰਾਂ ਦੀ ਸੋਚ ਚਾਹੀਦੀ ਹੈ, ਹੁਕਮਰਾਨਾਂ ਦੀ ਸੋਚ ਚਾਹੀਦੀ ਹੈ ਕਿ ਜੇ ਅਸੀਂ ਸੱਤਾ 'ਚ ਆਏ ਹਾਂ ਜਾਂ ਰਾਜ ਕਰਨਾ ਹੈ ਤਾਂ ਅਸੀਂ ਆਪਣੇ ਲੋਕਾਂ ਨੂੰ, ਖਾਸ ਕਰਕੇ ਪੰਜਾਬ ਛੋਟਾ ਜਿਹਾ ਪੰਜਾਬ ਹੈ ਇੱਕ, ਵੀ ਇਹਦੇ ਵਿੱਚ ਨਫ਼ਰਤ ਨਾ ਵਧੇ, ਇਹਦੇ 'ਚ ਲੋਕਾਂ 'ਚ ਵਿਤਕਰਾ ਨਾ ਵਧੇ। ਅਤੇ ਅਸੀਂ ਘੱਟੋ ਘੱਟ ਇਹ ਐਫਰਟਸ ਤਾਂ ਕਰ ਸਕਦੇ ਹਾਂ ਕਿ ਹਾਂ ਗੁਰੂ ਘਰ ਇਕੱਠੇ ਹੋਣੇ ਚਾਹੀਦੇ ਨੇ ਜਿੱਥੇ ਅਸੀਂ ਨਤਮਸਤਕ ਹੋਣਾ ਹੈ, ਸਾਡੇ ਸ਼ਮਸ਼ਾਨ ਘਾਟ ਇੱਕੋ ਹੀ ਹੋਣੇ ਚਾਹੀਦੇ ਨੇ। ਅਤੇ ਇਹਨਾਂ ਪਾੜਿਆਂ ਕਰਕੇ ਹੀ ਜਿਹੜਾ ਹੈਗਾ ਡੇਰਾਵਾਦ ਦੀ ਜਿਹੜੇ ਡਾਕਟਰ ਧਰਮਵੀਰ ਗਾਂਧੀ ਹੋਣਾ ਜਿਹੜੀ ਕੋਸ਼ਿਸ਼ ਕੀਤੀ, ਫਿਰ ਕਾਫੀ ਪਿੰਡਾਂ 'ਚ ਬੜੀਆਂ ਇਕੱਠੀਆਂ ਹੋਈਆਂ ਜੀ। ਹਾਂ, ਮੈਨੂੰ ਲੱਗਦਾ 100 ਤੋਂ ਵੱਧ, ਜਿਵੇਂ ਉਹ ਦੱਸਦੇ ਹੁੰਦੇ ਨੇ ਕਿ 100 ਤੋਂ ਵੱਧ ਜਿਹੜੇ ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਔਰ ਮਤੇ ਪਾਏ ਕਿ ਅੱਜ ਤੋਂ ਬਾਅਦ ਅਸੀਂ ਆਪਣੇ ਸ਼ਮਸ਼ਾਨ ਘਾਟ ਇੱਕ ਕਰਾਂਗੇ, ਔਰ ਉਹਨਾਂ ਪਿੰਡਾਂ ਦਾ ਵਿਕਾਸ ਵੀ ਉਹਨਾਂ ਨੇ ਕੀਤਾ। ਡਾਕਟਰ ਸਾਹਿਬ, ਤੁਸੀਂ ਰਿਜ਼ਰਵੇਸ਼ਨ ਨੂੰ ਲੈ ਕੇ ਵੀ ਮੰਗ ਕਰਦੇ ਰਹਿੰਦੇ ਕਿ ਪੂਰੀ ਨਹੀਂ ਹੋ ਰਹੀ, ਬੈਕਲੌਗ ਖਾਲੀ ਆ। ਪਿੱਛੇ ਜਿਹੜੇ ਕਾਨੂੰਨ ਅਫਸਰ ਰੱਖਣੇ ਉਹਨੂੰ ਲੈ ਕੇ ਤੁਸੀਂ ਮੁੱਦਾ ਚੱਕਿਆ ਗਿਆ ਕਿ ਸਰਕਾਰਾਂ ਦੇ ਬੰਦੇ ਇਹ ਕਹਿ ਰਹੇ ਨੇ ਕਿ ਜੀ ਦਲਿਤ ਭਾਈਚਾਰੇ ਦੇ ਅਗਰ ਬੰਦੇ ਰੱਖਾਂਗੇ ਉਹ ਕਾਬਲ ਨਹੀਂ ਹੁੰਦੇ। ਇਹ ਸੱਚੀ ਗੱਲ ਹੈ ਜੀ? ਨਹੀਂ, ਬਿਲਕੁਲ ਸਹੀ ਗੱਲ ਹੈ ਜੀ। ਪੰਜਾਬ ਦੇ ਵਿੱਚ ਇੱਕ ਬਦਲਾਅ ਆਇਆ ਸੀ ਆਮ ਆਦਮੀ ਪਾਰਟੀ ਨੂੰ ਲੈ ਕੇ ਕਿ ਚਲੋ ਦੋਨੇ ਧਿਰਾਂ ਤੋਂ ਅੱਕੇ ਹੋਏ ਲੋਕਾਂ ਨੇ ਇੱਕ ਪਾਰਟੀ ਨਵੀਂ ਨੂੰ ਮੌਕਾ ਦਿੱਤਾ। ਲੇਕਿਨ ਪੰਜਾਬ, ਭੁੱਲਰ ਸਾਹਿਬ, ਪੂਰੇ ਦੇਸ਼ ਦਾ ਇੱਕ ਐਸਾ ਸੂਬਾ ਔਨ ਰਿਕਾਰਡ ਜਿੱਥੇ ਦਲਿਤਾਂ ਦੀ ਆਬਾਦੀ ਪੂਰੇ ਦੇਸ਼ ਦੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੈ।
ਵੱਡਾ ਇੱਕ ਦਲਿਤ ਜਿਹੜਾ ਸੂਬਾ ਪੰਜਾਬ ਹੈ, ਔਰ ਸਰਕਾਰਾਂ ਦਾ ਹਮੇਸ਼ਾ ਧਿਆਨ ਇਹਨਾਂ ਦਲਿਤਾਂ ਵੱਲ, ਇਹਨਾਂ ਅਨੁਸੂਚਿਤ ਜਾਤੀ ਲੋਕਾਂ ਵੱਲ ਗਿਆ ਹੀ ਨਹੀਂ। ਜਸਟ ਰਾਜਨੀਤੀ ਹੁੰਦੀ ਹੈ ਵੋਟ ਬੈਂਕ ਦੀ, ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਲਾਰੇ ਲਾ ਕੇ, ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਸਬਜ਼ ਬਾਗ ਦਿਖਾ ਕੇ ਇੱਕ ਵਾਰੀ ਵੱਡਾ ਵੋਟ ਬੈਂਕ ਹਥਿਆ ਲਈਏ। ਕਿਉਂਕਿ ਨੀਅਰ ਅਬਾਊਟ 1 ਕਰੋੜ ਆਬਾਦੀ, ਅੱਜ ਪੰਜਾਬ ਦੀ 2.77 ਕਰੋੜ ਆਬਾਦੀ ਹੈ, ਤਾਂ ਉਹਦੇ ਚੋਂ 1 ਕਰੋੜ ਸਮਥਿੰਗ ਆਬਾਦੀ ਸਾਡੇ ਅਨੁਸੂਚਿਤ ਜਾਤੀ, ਸਾਡੇ ਦਲਿਤਾਂ ਦੀ, ਸਾਡੇ ਸ਼ਡਿਊਲ ਕਾਸਟ ਲੋਕਾਂ ਦੀ ਹੈ। ਸੋ ਇੰਨੇ ਵੱਡੇ ਲੋਕਾਂ ਦੀਆਂ ਵੋਟਾਂ ਲੈ ਕੇ, ਇੰਨੀ ਜ਼ਿਆਦਾ ਗਿਣਤੀ ਦੀਆਂ ਵੋਟਾਂ ਲੈ ਕੇ, ਔਰ ਫਿਰ ਉਹਨਾਂ ਦੇ ਖਿਲਾਫ ਹੀ ਫੈਸਲੇ ਕਰਨਾ। ਫੋਰ ਐਗਜ਼ਾਮਪਲ ਲਾਅ ਅਫਸਰ ਦੀਆਂ ਪੋਸਟਾਂ ਐਡਵੋਕੇਟ ਜਨਰਲ ਆਫਿਸ 'ਚ ਰੱਖਣੀਆਂ ਸੀ, ਤਾਂ ਉਹਨਾਂ ਨੇ ਪਹਿਲਾਂ ਤਾਂ ਇਹ ਪੋਸਟਾਂ 'ਚ ਰਿਜ਼ਰਵੇਸ਼ਨ ਦਿੱਤੀ ਨਹੀਂ। ਜਦੋਂ ਰੌਲਾ ਪੈ ਗਿਆ ਤਾਂ ਉਹਨਾਂ ਨੇ ਜਾ ਕੇ ਕੋਰਟ ਦੇ ਵਿੱਚ, ਮਤਲਬ ਇੱਥੇ ਹੀ ਨਹੀਂ ਰੁਕਿਆ AG ਆਫਿਸ, ਕੋਰਟ 'ਚ ਚਲੀ ਗਈ ਸਰਕਾਰ। ਕੋਰਟ 'ਚ ਉੱਥੇ ਐਫੀਸ਼ੀਐਂਸੀ ਤੇ ਸਵਾਲ ਚੁੱਕ ਰਹੀ ਹੈ ਸ਼ਡਿਊਲ ਕਾਸਟ ਲੋਕਾਂ ਦੀ, ਵੀ ਇਹਨਾਂ ਦੀ ਐਫੀਸ਼ੀਐਂਸੀ ਨਹੀਂ ਜੀ, ਕਾਰਜਕੁਸ਼ਲਤਾ ਇਹਨਾਂ 'ਚ ਹੈ ਨਹੀਂ, ਜਿਹਦੇ ਕਰਕੇ ਅਸੀਂ ਲਾਅ ਅਫਸਰ ਲਾ ਨਹੀਂ ਸਕਦੇ। ਅਸੀਂ ਵਿਰੋਧ ਕੀਤਾ, ਪੰਜਾਬ ਦੇ ਵਿੱਚ ਅਸੀਂ ਲੋਕਾਂ ਨੂੰ ਜਗਾਇਆ ਕਿ ਤੁਹਾਡਾ ਰਾਖਵਾਂਕਰਨ ਉੱਜੜ ਜਾਣਾ, ਤੇ ਪੂਰੇ ਪੰਜਾਬ ਜਦੋਂ ਸਾਰੇ ਸ਼ਡਿਊਲ ਕਾਸਟ ਲੋਕ ਆ ਗਏ ਤਾਂ ਉਹਨਾਂ ਨੇ ਆਪਣਾ ਕੇਸ ਵੀ ਵਿਡਰਾਅ ਕੀਤਾ ਸਰਕਾਰ ਨੇ, ਔਰ AG ਸਾਹਿਬ ਨੇ ਆਪਣਾ ਜਿਹੜਾ ਉੱਥੋਂ ਅਸਤੀਫਾ ਵੀ ਦਿੱਤਾ। ਤੇ ਲੇਕਿਨ ਜਿਹੜੀ ਅੱਜ ਸਰਕਾਰ ਦੀ ਸੋਚ ਹੈ, ਉਹਨਾਂ ਨੇ ਫਿਰ 533 ਜਿਹੜੀਆਂ ਮੁਹੱਲਾ ਕਲੀਨਿਕ ਹੁਣ ਖੋਲ੍ਹ ਰਹੀ ਹੈ, ਜਿਹੜੀ ਆ ਸੁਵਿਧਾ ਕੇਂਦਰਾਂ ਦੇ ਵਿੱਚ ਮੁਹੱਲਾ ਕਲੀਨਿਕ ਬਣਾਏ ਨੇ, ਤੇ ਇਹਨਾਂ ਦੇ ਵਿੱਚ 533 ਨਰਸਾਂ ਦੀਆਂ ਪੋਸਟਾਂ, MBBS ਦੀਆਂ ਪੋਸਟਾਂ, ਸਪੈਸ਼ਲਾਈਜ਼ਡ ਡਾਕਟਰਾਂ ਦੀਆਂ ਪੋਸਟਾਂ, ਇਹਦੇ 'ਚ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਦਿੱਤੀ ਉਹਨਾਂ ਨੇ। ਤੇ ਸਾਡਾ ਹੁਣ ਪਹਿਲੀ ਵਾਰੀ ਅਸੀਂ ਸਰਕਾਰ ਨਕੰਮੀ ਦੇਖੀ ਹੈ, ਜਿਹੜੀ ਮਤਲਬ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਲੈ ਕੇ ਇੱਕ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਉਣ ਨਾਲ ਥੋੜ੍ਹੀ ਸਾਨੂੰ ਜਿਹੜਾ ਹੈਗਾ ਸਾਡੇ ਅਧਿਕਾਰ ਮਿਲ ਜਾਣਗੇ। ਹੁਣ ਕੇਜਰੀਵਾਲ ਸਾਹਿਬ ਨੇ ਜਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਕਹਿਤਾ ਕਿ ਹਰ ਦਫ਼ਤਰ 'ਚ ਬਾਬਾ ਸਾਹਿਬ ਦੀ ਫੋਟੋ ਲੱਗੂਗੀ, ਹਰ ਦਫ਼ਤਰ 'ਚ ਭਗਤ ਸਿੰਘ ਦੀ ਫੋਟੋ ਲੱਗੂਗੀ। ਉਹ ਭਰਾਵੋ, ਫੋਟੋਆਂ ਅਸੀਂ ਚੱਟਣੀਆਂ ਨੇ ਯਾਰ, ਫੋਟੋਆਂ ਅਸੀਂ ਚੱਟਣੀਆਂ ਥੋੜ੍ਹੀਆਂ। ਸਾਨੂੰ ਤਾਂ ਸਾਡੇ ਰਾਈਟਸ ਦੇ ਜਿਹੜੇ ਸਦੀਆਂ ਤੋਂ ਅਸੀਂ ਲੋਕ ਦੱਬੇ ਕੁਚਲੇ ਰਹੇ ਹਾਂ, ਮਾਰਾਂ ਖਾਂਦੇ ਰਹੇ ਹਾਂ, ਛਿੱਤਰ ਖਾਂਦੇ ਰਹੇ ਹਾਂ, ਸਾਨੂੰ ਐਜੂਕੇਸ਼ਨਲ ਤੌਰ ਤੇ ਪਛਾੜ ਕੇ ਰੱਖਿਆ ਗਿਆ, ਸਾਨੂੰ ਐਜੂਕੇਸ਼ਨ ਨਹੀਂ ਮਿਲੀ, ਸਾਨੂੰ ਸਮਾਜ 'ਚੋਂ ਰੁਤਬਾ ਨਹੀਂ ਮਿਲਿਆ, ਸਾਨੂੰ ਪੋਲੀਟੀਕਲੀ ਉਹ ਚੀਜ਼ ਨਹੀਂ ਹਾਸਲ ਹੋਈ, ਸਾਡੇ ਲੋਕਾਂ ਨੂੰ ਨਹੀਂ ਉੱਥੇ ਪਹੁੰਚਣ ਦਿੱਤਾ ਗਿਆ, ਤਾਂ ਸਾਨੂੰ ਹੁਣ ਤਾਂ ਸਾਡੇ ਹੱਕ ਦੇ ਦਿਓ। ਤੁਸੀਂ ਕਹਿ ਰਹੇ ਕਿ ਸਰਕਾਰ ਕਹਿ ਰਹੀ ਕਿ ਐਫੀਸ਼ੀਐਂਸੀ ਤੇ ਸਵਾਲ, ਪਰ ਬਹੁਤ ਸਾਰੇ ਮੰਤਰੀ ਵੀ ਨੇ, ਬਹੁਤ ਸਾਰੇ ਅਫਸਰ ਵੀ ਉੱਚ ਅਹੁਦਿਆਂ ਦੇ, ਕਿ ਉਹ ਯੋਗਤਾ ਦੇ ਆਧਾਰ 'ਤੇ ਨਹੀਂ ਰੱਖੇ ਗਏ ਫਿਰ, ਕਿ ਜਾਂ ਕੋਟੇ ਦੇ ਤੌਰ ਤੇ ਉਹਨਾਂ ਨੂੰ ਰੱਖ ਲਿਆ ਕਿ ਹਾਂ ਇਹ ਕੋਟਾ ਪੂਰਾ ਕਰਨਾ। ਸਰਕਾਰ ਇਹੀ ਮੈਂ ਕੁਐਸਚਨ ਕਰਨਾ ਚਾਹੁੰਦਾ, ਫਿਰ ਜੇ ਸਾਡੇ ਬੰਦਿਆਂ 'ਚ ਯੋਗਤਾ ਨਹੀਂ ਹੈਗੀ, ਫਿਰ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਨੂੰ ਕਾਹਤੋਂ ਜਿਹੜਾ ਬਣਾਇਆ ਗਿਆ? ਇਟ ਮੀਨਸ ਵੀ ਫਿਰ ਤੁਸੀਂ ਜਿਹੜਾ ਹੈਗਾ ਖਾਨਾ ਪੂਰਤੀ ਕਰ ਰਹੇ ਹੋ ਉੱਥੇ। ਜੇ ਐਫੀਸ਼ੀਐਂਸੀ ਦੀ ਘਾਟ ਹੈ ਤਾਂ ਐਡੇ ਸਾਡੇ ਹਾਈ ਕੋਰਟਸ ਦੇ ਵਿੱਚ ਵਕੀਲ ਨੇ, ਸਾਡੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਾਡੇ ਕਿਰਪਾ ਸ਼ੰਕਰ ਸਰੋਜ ਨੇ, IAS ਅਫਸਰ ਨੇ, ਸੈਕਟਰੀ ਨੇ, ਹੋਰ ਬਹੁਤ ਸਾਰੀ ਗਿਣਤੀ ਹੈ ਇਹੋ ਜਿਹੇ ਅਫਸਰਾਂ ਦੀ ਜਿਹੜੇ ਮਤਲਬ ਚੀਫ ਸੈਕਟਰੀ ਵੀ ਰਹੇ ਨੇ, ਸੈਕਟਰੀ ਵੀ ਰਹੇ ਨੇ। ਇਸੇ ਸਰਕਾਰ 'ਚ ਹਰਭਜਨ ਸਿੰਘ ETO ਮਿਨਿਸਟਰ ਨੇ, ਪਾਵਰ ਮਿਨਿਸਟਰ ਨੇ, ਬਿਜਲੀ ਦੇ ਮਿਨਿਸਟਰ ਨੇ, ਉਹ ਬਿਨਾਂ ਕਾਰਜਕੁਸ਼ਲਤਾ ਤੋਂ ਲੈ ਲਏ ਤੁਸੀਂ। ਮਤਲਬ ਇਹ ਸਰਕਾਰ ਦਾ ਦੋਗਲਾਪਣ ਹੈ, ਸਰਕਾਰ ਦਾ ਦੋਗਲਾ ਚਿਹਰਾ, ਤੇ ਇੱਕ ਪਾਸੇ ਜਾਣਬੁੱਝ ਕੇ ਸਾਨੂੰ ਨੀਚਾ ਦਿਖਾਉਣ ਲਈ ਸਾਡੇ ਜਿਹੜੇ ਐਫੀਸ਼ੀਐਂਸੀ ਦੇ ਸਵਾਲ ਚੁੱਕੇ ਜਾਂਦੇ ਨੇ, ਔਰ ਦੂਜੇ ਪਾਸੇ ਸਾਡੇ ਹੀ ਬੰਦਿਆਂ ਨੂੰ ਜਿਹੜਾ ਹੈਗਾ ਵੱਡੀਆਂ ਪੋਸਟਾਂ ਤੇ ਇਹਨੇ ਸਰਕਾਰ ਨੇ ਜਿਹੜਾ ਹੈਗਾ ਰੱਖਿਆ ਹੋਇਆ। ਤਾਂ ਮਤਲਬ ਇਹ ਦੋਗਲਾ ਜਿਹਾ ਚਿਹਰਾ ਹੈਗਾ, ਇਹ ਕਲੀਅਰ ਨਹੀਂ ਹੈਗਾ। ਜੇ ਨਹੀਂ ਹੈਗਾ ਫਿਰ ਤਾਂ ਕੱਢੋ ਉਹਨਾਂ ਨੂੰ। ਅੱਛਾ, ਪੋਲੀਟੀਕਲ ਤੌਰ ਤੇ ਅਗਰ ਪੰਜਾਬ ਦੇ ਵਿੱਚ 34 ਸੀਟਾਂ ਨੇ ਵਿਧਾਨ ਸਭਾ ਦੀਆਂ, ਫਿਰ ਲੋਕ ਸਭਾ ਦੀਆਂ ਵੀ ਰਿਜ਼ਰਵ ਸੀਟਾਂ ਹੈਗੀਆਂ, ਕਿ ਪੋਲੀਟੀਕਲ ਤੌਰ ਤੇ ਵੀ ਜਿਹੜਾ ਐਸੀ ਭਾਈਚਾਰਾ, ਦਲਿਤ ਭਾਈਚਾਰਾ, ਉਹ ਮਜ਼ਬੂਤ ਨਹੀਂ ਹੋਇਆ ਜੀ? ਕਿ ਜਾਂ ਇਹ ਲੋਕ ਲੈਂਦੇ ਤੇ ਐਸੀ ਭਾਈਚਾਰੇ 'ਚੋਂ ਟਿਕਟਾਂ ਨੇ, ਜਾ ਕੇ ਫਿਰ ਵਿਧਾਨ ਸਭਾ 'ਚ ਪਾਰਲੀਮੈਂਟ ਗੱਲਾਂ ਨਹੀਂ ਕਰਦੇ? ਭਾਜੀ ਇਹ ਭੁੱਲਰ ਸਾਹਿਬ ਗੱਲ ਇਹ ਹੈਗੀ ਆ ਕਿ ਜਦੋਂ ਪੋਲੀਟੀਕਲੀ ਕਿਤੇ ਇਲੈਕਸ਼ਨ ਦੀ ਗੱਲ ਆਉਂਦੀ ਹੈ, ਇਲੈਕਸ਼ਨ ਲੜਨ ਦੀ ਗੱਲ ਆਉਂਦੀ ਹੈ, ਸਾਡੀ ਨੁਮਾਇੰਦਗੀ ਦੀ ਗੱਲ ਆਉਂਦੀ ਹੈ, ਠੀਕ ਹੈ ਤੁਹਾਡੀ ਗੱਲ, ਇਹ ਕੋਟਾ ਪੂਰਾ ਕਰਦੇ ਨੇ। ਸਾਡੇ 34 MLA ਅਕੋਰਡਿੰਗ ਟੂ ਕੌਨਸਟੀਟਿਊਸ਼ਨ ਰੱਖੇ ਜਾਂਦੇ ਨੇ, ਤੇ ਲੋਕ ਸਭਾ 'ਚ ਸਾਨੂੰ ਕੋਟਾ ਮਿਲਦਾ ਹੈਗਾ, ਸਾਡਾ ਰਿਜ਼ਰਵੇਸ਼ਨ ਮਿਲਦੀ ਹੈ। ਮੈਂ ਇਹਨੂੰ ਕੋਟਾ ਨਹੀਂ ਕਹੂੰਗਾ, ਨਾ ਰਿਜ਼ਰਵੇਸ਼ਨ ਕਹੂੰਗਾ, ਇਹ ਸਾਡੀ ਨੁਮਾਇੰਦਗੀ ਹੈ। ਕਿਉਂਕਿ ਬਾਬਾ ਸਾਹਿਬ ਨੇ ਇਹਨਾਂ ਲੋਕਾਂ ਨੂੰ ਅਪਲਿਫਟ ਕਰਨ ਵਾਸਤੇ, ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ ਕਿਹਾ ਸੀ ਕਿ ਇਹਨਾਂ ਦੀ ਨੁਮਾਇੰਦਗੀ ਫਿਕਸ ਹੈ, ਇਹ ਕੋਟਾ ਨਹੀਂ ਕੋਈ ਰਾਖਵਾਂ ਕਰਨੀ। ਇਹ ਬਹੁਤ ਨੀਚੇ ਦੇ ਲੋਕ ਨੇ, ਇਹਨਾਂ ਨੂੰ ਬਾਕੀ ਸਮਾਜ ਦੇ ਬਾਕੀ ਧਿਰਾਂ ਦੇ ਬਰਾਬਰ ਲਿਆਉਣ ਲਈ, ਅਪਲਿਫਟ ਕਰਨ ਲਈ ਇਹਨਾਂ ਨੂੰ ਇਹਨਾਂ ਦੀ ਨੁਮਾਇੰਦਗੀ ਫਿਕਸ ਕੀਤੀ ਜਾ ਰਹੀ ਹੈ ਐਜੂਕੇਸ਼ਨ 'ਚ ਔਰ ਨੌਕਰੀਆਂ ਦੇ ਵਿੱਚ, ਔਰ ਇਸ ਤਰ੍ਹਾਂ ਦੇ ਜਿਹੜੇ ਪੋਲੀਟੀਕਲ ਉਹਦੇ 'ਚ ਨੇ। ਸੋ ਇਹ ਸਾਡੀ ਨੁਮਾਇੰਦਗੀ ਸੀਗੀ, ਔਰ ਸਾਡੇ ਨੁਮਾਇੰਦੇ ਸਾਡੇ ਵਿੱਚੋਂ ਨਹੀਂ ਲਏ ਜਾਂਦੇ ਭਾਜੀ। ਜਿਹੜੇ ਸਾਡੇ ਪੋਲੀਟੀਕਲੀ ਜਦੋਂ ਵਿਧਾਨ ਸਭਾ ਦੀ ਇਲੈਕਸ਼ਨ ਆਉਂਦੀ ਹੈ ਜਾਂ ਲੋਕ ਸਭਾ ਦੀ ਇਲੈਕਸ਼ਨ ਆਉਂਦੀ ਆ, ਤਾਂ ਉਹ ਡੰਮੀ ਭਰਤੀ ਹੁੰਦੀ ਹੈ। ਮਤਲਬ ਉਹ ਲੋਕਾਂ ਦੀ ਭਰਤੀ ਹੁੰਦੀ ਆ ਜਿਹੜੇ ਹੁੰਦੇ SC ਨੇ, ਸ਼ਡਿਊਲ ਕਾਸਟ ਨੇ, ਲੇਕਿਨ ਉਹ ਗੂੰਗੇ, ਬਹਿਰੇ, ਅੰਨੇ ਕਾਣੇ ਹੁੰਦੇ ਨੇ, ਕਿਉਂਕਿ ਉਹਨਾਂ ਨੇ ਜਾ ਕੇ ਉੱਥੇ ਜਿੱਥੇ, ਕਿਉਂਕਿ ਸਭ ਤੋਂ ਵੱਡਾ ਮੰਦਰ ਵਿਧਾਨ ਸਭਾ ਹੈ, ਸਭ ਤੋਂ ਵੱਡਾ ਮੰਦਰ ਸਾਡਾ ਲੋਕ ਸਭਾ ਹੈ, ਜਿੱਥੇ ਸਾਡੇ ਉਹਨਾਂ ਲੋਕਾਂ ਦੀ ਆਵਾਜ਼ ਚੁੱਕੀ ਜਾਣੀ ਹੈ। ਔਰ 34 ਉਹਨਾਂ ਹਲਕਿਆਂ 'ਚੋਂ ਚੁਣ ਕੇ ਜਾਂਦੇ ਨੇ ਜਿੱਥੇ ਬਹੁਤਾਤ ਗਿਣਤੀ ਦਲਿਤਾਂ ਦੀ ਹੈ, ਬਹੁਤਾਤ ਗਿਣਤੀ ਸ਼ਡਿਊਲ ਕਾਸਟ ਲੋਕਾਂ ਦੀ ਹੈ। ਤਾਂ ਉਹਨਾਂ ਨੂੰ ਬੜੀ ਆਸ ਹੁੰਦੀ ਹੈ ਕਿ ਸਾਡਾ ਬੰਦਾ ਔਰ ਸਾਡੀ ਸੀਟ ਤੋਂ ਜਿੱਤਿਆ ਹੋਇਆ ਔਰ ਸਾਡੀ ਵਿਧਾਨ ਸਭਾ, ਲੋਕ ਸਭਾ 'ਚ ਜਾ ਕੇ ਗੱਲ ਕਰੇਗਾ। ਤੇ ਲੇਕਿਨ ਉੱਥੇ ਜਾ ਕੇ ਉਹ, ਕਿਉਂਕਿ ਪਹਿਲਾਂ ਹੀ ਉਹ ਗੁੰਗੇ ਭਰਤੀ ਕੀਤੇ ਜਾਂਦੇ ਨੇ,
ਅੰਨੇ ਭਰਤੀ ਕੀਤੇ ਜਾਂਦੇ ਨੇ, ਬੋਲੇ ਭਰਤੀ ਕੀਤੇ ਜਾਂਦੇ ਨੇ, ਤੇ ਉਹਨਾਂ ਨੇ ਕੀ ਗੱਲ ਕਰਨੀ ਹੈ? ਉਹਨਾਂ ਨੇ ਤਾਂ ਡੱਫਲੀ ਆਪਣੀ ਕੰਪਨੀ ਦੀ ਵਜਾਣੀ ਹੈ, ਡੱਫਲੀ ਆਪਣੀ ਜਿਹੜੀ ਹੈਗੀ ਆ ਪੋਲੀਟੀਕਲ ਪਾਰਟੀ ਦੀ ਵਜਾਣੀ ਹੈ। ਤੇ 5 ਸਾਲ ਬਾਅਦ ਉਹ ਦਲਿਤ ਰਹਿੰਦੇ ਹੈਗੇ ਜੀ, ਜਿਹੜੇ ਇੱਕ ਵਾਰ ਐਮਐਲਏ ਬਣ ਕੇ 34 5 ਸਾਲ ਬਾਅਦ ਦਲਿਤ ਰਹਿੰਦੇ ਜੀ? ਨਹੀਂ, ਰਹਿਣਾ ਤਾਂ ਉਹਨਾਂ ਨੇ ਦਲਿਤ ਹੀ ਹੈ, ਰਹਿਣਾ ਤਾਂ ਉਹਨਾਂ ਨੇ ਸ਼ਡਿਊਲ ਕਾਸਟ ਹੀ ਹੈ, ਲੇਕਿਨ ਉਹ ਸਿਰਫ ਆਪਣੇ ਵਿਕਾਸ ਲਈ ਕਾਫੀ ਉੱਚਾ ਚਲੇ ਜਾਂਦੇ ਨੇ ਤੇ ਆਪਣਾ ਵਿਕਾਸ ਕਰ ਲੈਂਦੇ ਨੇ। ਲੇਕਿਨ ਉਹ ਸਾਡੇ ਜਿੰਨਾ ਲੋਕਾਂ ਕਰਕੇ ਉੱਥੇ ਗਏ ਸੀ, ਜੇ ਸੰਵਿਧਾਨ ਕਰਕੇ ਗਏ ਸੀ ਜਾਂ ਉਹਨਾਂ ਨਿਚਲੇ ਲੋਕਾਂ ਨੂੰ ਫਾਇਦਾ ਦੇਣ ਵਾਸਤੇ, ਉਹਨਾਂ ਦੀ ਜ਼ਿੰਦਗੀ ਬਦਲਣ ਵਾਸਤੇ, ਐਜੂਕੇਸ਼ਨਲ ਤੌਰ 'ਤੇ, ਸੋਸ਼ਲ ਤੌਰ 'ਤੇ ਉਹ ਨਹੀਂ ਕੰਮ ਕਰਦੇ। ਉਹ ਸਿਰਫ ਪਾਰਟੀਆਂ ਦੇ ਹੱਥ ਠੋਕੇ ਹੁੰਦੇ ਨੇ ਔਰ ਪਾਰਟੀਆਂ ਲਈ ਕੰਮ ਕਰਦੇ ਨੇ, ਤੇ ਆਪਣੀ ਸਕਿਨ ਬਚਾਉਣ ਵਾਸਤੇ, ਆਉਣ ਵਾਲੇ ਸਮੇਂ 'ਚ ਫੇਰ ਤੋਂ ਇਲੈਕਸ਼ਨ ਲੜਨ ਵਾਸਤੇ ਉਹ ਗੇਨ ਤਾਂ ਹੁੰਦੇ ਹੀ ਨੇ। ਮੇਰੇ ਕਹਿੰਦੇ ਦਲਿਤ ਚੰਨੀ ਸਾਹਿਬ ਨੂੰ ਕਹਿੰਦੇ ਦਲਿਤ ਆ, ਗਰੀਬ ਆ, ਜਾਂ ਜਿਹੜੇ ਹੁਣ ਮੰਤਰੀ ਬਣ ਗਏ ਹਰਪਾਲ ਚੀਮਾ ਦਲਿਤ ਆ, ਗਰੀਬ ਆ ਜੀ, ਹਰਭਜਨ ਸਿੰਘ ਦਲਿਤ ਆ, ਗਰੀਬ ਆ। ਮੇਰੇ ਕਹਿੰਦਾ ਮੈਂ ਤੇ ਇੱਕ ਦਲਿਤ ਹੋਣਾ ਵੱਖਰੀ, ਇੱਕ ਗਰੀਬ ਹੋਣਾ, ਬਾਅਦ 'ਚ ਆਪਣੇ ਲੋਕਾਂ ਦੀ ਆਵਾਜ਼ ਚੱਕਦੇ ਨੇ, ਜਾਂ ਉਸ ਤੋਂ ਬਾਅਦ 5 ਸਾਲ ਤੇ ਚੱਕਦੇ ਨੇ ਅਗਰ, ਲੇਕਿਨ ਜਦੋਂ ਫਿਰ ਵੋਟਾਂ ਆਉਂਦੀਆਂ ਨੇ ਫਿਰ ਦਲਿਤ ਭਾਈਚਾਰਾ ਚੇਤਾ ਆ ਜਾਂਦਾ, ਫਿਰ ਆਪਣੀ ਕਹਿੰਦੇ ਕਿ ਹਾਂ ਇਹ ਸਾਡੀ ਬਰਾਦਰੀ ਆ, ਬਰਾਦਰੀ ਚੇਤੇ ਆ ਜਾਂਦੀ। ਅਸੀਂ ਇਹੀ ਮੂਵਮੈਂਟ ਚਲਾਈ ਹੋਈ ਹੈ ਭੁੱਲਰ ਸਾਹਿਬ, ਪਿਛਲੇ ਕਈ ਸਾਲਾਂ ਤੋਂ ਅਸੀਂ ਮਿਸ਼ਨ ਐਜੂਕੇਸ਼ਨ ਚਲਾਇਆ, ਅਸੀਂ ਸਮਾਜਿਕ ਆਰਥਿਕ ਰਾਜਨੀਤਿਕ ਪਰਿਵਰਤਨ ਲਹਿਰ ਚਲਾਈ ਹੋਈ ਹੈ ਔਰ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਜਿਹੜੇ ਤੁਹਾਡੇ ਹਲਕਿਆਂ 'ਚੋਂ, ਤੁਹਾਡੇ ਰਿਜ਼ਰਵ ਹਲਕਿਆਂ ਤੋਂ ਚੁਣੇ ਹੋਏ ਤੁਹਾਡੇ ਨੁਮਾਇੰਦੇ ਨੇ, ਉਹਨਾਂ ਨੂੰ ਐਕਸਪੋਜ਼ ਕਰੋ, ਉਹਨਾਂ ਨੂੰ ਨੰਗਾ ਕਰੋ। ਉਹਨਾਂ ਨੇ ਤੁਹਾਡੇ ਲਈ ਕਦੋਂ ਵਿਧਾਨ ਸਭਾ 'ਚ ਕੀ ਕੁਛ ਕੁਐਸਚਨ ਰੇਜ਼ ਕੀਤੇ, ਤੁਹਾਨੂੰ ਅਪਲਿਫਟ ਕਰਨ ਵਾਸਤੇ ਕੀ ਸਰਕਾਰਾਂ ਕੋਲ ਆਵਾਜ਼ ਉਠਾਈ, ਤੇ ਆਉਣ ਵਾਲੇ ਟਾਈਮ 'ਚ ਅਸੀਂ ਐਸੇ ਲੋਕਾਂ ਦਾ ਬਾਈਕਾਟ ਕਰਾਂਗੇ ਔਰ ਐਸੇ ਲੋਕਾਂ ਨੂੰ ਨੰਗਿਆਂ ਕਰਾਂਗੇ। ਅਸੀਂ ਕਰ ਵੀ ਰਹੇ ਹਾਂ, ਅਸੀਂ ਜਗ੍ਹਾ ਜਾ ਕੇ ਸਾਡੇ ਲੋਕ, ਸਾਡੇ ਨੁਮਾਇੰਦੇ, ਸਾਡੀਆਂ ਟੀਮਾਂ, ਐਮਐਲਏਜ਼ ਨੂੰ ਜਿਹੜੇ ਸਾਡੇ ਚੁਣੇ ਹੋਏ ਨੇ ਇਸ ਸਰਕਾਰ 'ਚ ਵੀ ਨੇ, ਉਹ ਮੰਗ ਪੱਤਰ ਦੇ ਰਹੇ ਨੇ ਆਪਣੇ, ਔਰ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਇੱਥੋਂ ਸਾਡੇ ਹਲਕਿਆਂ 'ਚੋਂ ਚੁਣੇ ਗਏ ਸੀ, ਸਾਡੇ ਲੋਕਾਂ ਲਈ ਚੁਣੇ ਗਏ ਸੀ, ਤੇ ਤੁਸੀਂ ਸਾਡੀ ਆਵਾਜ਼ ਕਿਉਂ ਨਹੀਂ ਉਠਾਉਂਦੇ? ਅੱਛਾ, ਦਲਿਤਾਂ ਦੇ ਵਿੱਚ ਜਿਹੜੇ ਚਾਹੇ ਸ਼੍ਰੋਮਣੀ ਅਕਾਲੀ ਦਲ, ਚਾਹੇ ਕਾਂਗਰਸ ਪਾਰਟੀ, ਜਾਂ ਹੁਣ ਆਮ ਆਦਮੀ ਪਾਰਟੀ ਹੈ, ਇਹ ਵੀ ਦਲਿਤਾਂ 'ਚੋਂ ਤਾਂ ਪੀੜ੍ਹੀ ਦਰ ਪੀੜ੍ਹੀ ਨੇਤਾ ਆ ਰਹੇ ਨਾ, ਕਿ ਕਿਸੇ ਦਾ ਦਾਦਾ ਸੀ ਉਹਦਾ ਮੁੰਡਾ ਆ ਗਿਆ, ਮੁੰਡੇ ਦਾ ਫਿਰ ਗਾਂ ਮੁੰਡਾ ਆ ਗਿਆ। ਜਿੱਦਾਂ ਜਲੰਧਰ ਦੇ ਚੌਧਰੀ ਮਸ਼ਹੂਰ ਨੇ, ਦਾਦੇ ਵੀ ਰਹੇ ਨੇ, ਪਿਓ ਵੀ ਰਹੇ ਨੇ, ਮੁੰਡੇ ਵੀ ਰਹੇ ਹੈਗੇ ਨੇ। ਫਿਰ ਕਿਵੇਂ ਤੁਸੀਂ ਜਸਟੀਫਾਈ ਕਰੋਗੇ ਕਿ ਹੈ ਤਾਂ ਉਹ ਕਹਿਣਗੇ ਹੈ ਤਾਂ ਅਸੀਂ ਗਲਤ ਹੀ ਆ, ਪਰ ਇੱਕ ਪਰਿਵਾਰ 'ਚੋਂ 5 ਪੀੜ੍ਹੀਆਂ 'ਚ ਐਮਐਲਏ ਮੰਤਰੀ ਬਣਦੇ ਆ ਰਹੇ ਨੇ। ਇਹ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਸਾਡੇ ਨਾਲ ਸਾਡਾ ਸ਼ੋਸ਼ਣ ਹੀ ਹੈ ਸ਼ਡਿਊਲ ਕਾਸਟ ਲੋਕਾਂ ਦਾ, ਕਿਉਂਕਿ ਸ਼ੋਸ਼ਣ ਸ਼ਡਿਊਲ ਕਾਸਟ ਦਾ ਸ਼ੋਸ਼ਣ ਕਰਿਆ ਜੀ? ਹਾਂ, ਨਹੀਂ, ਸ਼ਡਿਊਲ ਕਾਸਟ ਦਾ ਪਾਰਟੀਆਂ ਕਰ ਰਹੀਆਂ ਨੇ, ਰਾਜਨੀਤਿਕ ਪਾਰਟੀਆਂ ਕਰ ਰਹੀਆਂ ਨੇ, ਕਿਉਂਕਿ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ ਜਿਹੜਾ ਪੋਲੀਟੀਕਲੀ ਰਿਜ਼ਰਵੇਸ਼ਨ ਸੀਗੀ ਉਹ ਕਿਹਾ ਸੀ ਕਿ 10 ਸਾਲ ਲਈ ਦਿਓ, ਤੇ 10 ਸਾਲ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਪੋਲੀਟੀਕਲੀ ਰਿਜ਼ਰਵੇਸ਼ਨ ਜੇ ਅਪਲਿਫਟ ਹੋ ਜਾਂਦੇ ਨੇ ਤਾਂ ਬੰਦ ਕਰ ਦਿਓ। ਤੇ ਲੇਕਿਨ ਪਾਰਟੀਆਂ ਨੇ ਕੀ ਕੀਤਾ ਕਿ ਪਾਰਟੀਆਂ ਨੂੰ ਇੱਕ ਸੀਰੀ ਮਿਲਿਆ ਹੋਇਆ, ਪਾਰਟੀਆਂ ਨੂੰ ਇੱਕ ਆਪਣਾ ਹੱਥ ਠੋਕਾ ਮਿਲਿਆ ਹੋਇਆ, ਪਾਰਟੀਆਂ ਨੂੰ ਇੱਕ ਹਾਂਜੀ ਸਰ ਕਹਿਣ ਵਾਲਾ ਬੰਦਾ ਮਿਲਿਆ ਹੋਇਆ, ਤੇ ਪਾਰਟੀਆਂ ਨੂੰ ਇੱਦਾਂ ਹੈਗਾ ਕਿ ਜੇ ਅਸੀਂ ਇਹ ਪੋਲੀਟੀਕਲੀ ਰਿਜ਼ਰਵੇਸ਼ਨ ਬੰਦ ਕਰ ਦਿੰਦੇ ਹਾਂ ਤਾਂ ਫਿਰ ਉਹ ਜਿਹੜੇ ਬੋਲਣ ਚੱਲਣ ਵਾਲੇ ਬੰਦੇ ਆਉਣਗੇ, ਤੇ ਜਿਹੜੇ ਹੈਗੇ ਨੇ ਅੱਗੇ ਉਹ ਲੋਕ ਆਉਣਗੇ ਜਿਨ੍ਹਾਂ ਨੂੰ ਲੋਕ ਚਾਹੁੰਦੇ ਨੇ। ਅਕਾਲੀ ਦਲ ਦੀ ਵੀ 10 ਸਾਲ ਲਗਾਤਾਰ ਸਰਕਾਰ ਰਹੀ, ਫਿਰ ਕੈਪਟਨ ਅਮਰਿੰਦਰ ਸਿੰਘ ਦੀ ਰਹੀ, ਫਿਰ 111 ਦਿਨ ਚੰਨੀ ਸਰਕਾਰ ਦੀ ਰਹੀ, ਹੁਣ 5 ਮਹੀਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ। ਬਦਲਾਅ ਆਇਆ ਦਲਿਤ ਭਾਈਚਾਰੇ ਨੂੰ ਲੈ ਕੇ ਜੀ? ਕਿਹਦੇ 'ਚ ਜ਼ਿਆਦਾ ਫਾਇਦਾ ਹੋਇਆ, ਕਿਹਦੇ 'ਚ ਜ਼ਿਆਦਾ ਨੁਕਸਾਨ, ਕਿਹਦੇ 'ਚ ਵਿਤਕਰਾ ਘੱਟ ਜਾਂ ਕਿਹਦੇ 'ਚ ਵਿਤਕਰਾ ਜ਼ਿਆਦਾ ਜੀ? ਭੁੱਲਰ ਸਾਹਿਬ, ਇੱਦਾਂ ਵੀ ਸਰਕਾਰਾਂ ਕਦੇ ਵੀ ਜਿਹੜੀਆਂ ਹੈਗੀਆਂ ਨੇ ਖਾਸ ਕਰਕੇ ਸ਼ਡਿਊਲ ਕਾਸਟ ਲੋਕਾਂ ਦੇ ਭਲੇ ਲਈ ਨਹੀਂ ਹੁੰਦੀਆਂ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵੀ ਜਿਹੜੀਆਂ PPSC ਦਾ ਸਾਡਾ ਐਗਜ਼ਾਮ ਹੁੰਦਾ ਹੈ, PCS ਦਾ ਐਗਜ਼ਾਮ ਹੁੰਦਾ, ਪੰਜਾਬ ਸਿਵਲ ਜਿਹੜਾ ਸਰਵਿਸਿਜ਼ ਦਾ ਐਗਜ਼ਾਮ ਹੁੰਦਾ, ਤੇ ਉਹਨਾਂ ਦੇ ਸਮੇਂ ਵੀ ਜਿਹੜਾ ਹੈਗਾ ਸਾਨੂੰ ਸਾਡੇ ਜਿਹੜੇ ਮੌਕੇ ਹੁੰਦੇ ਨੇ, ਚਾਂਸ ਹੁੰਦੇ ਨੇ ਸਾਡੇ ਬੱਚਿਆਂ ਨੂੰ ਦੇਣ ਦੇ, ਉਹ 4 ਕਰ ਦਿੱਤੇ ਸੀ ਕਿ 4 ਮੌਕੇ ਮਿਲਣਗੇ PCS ਦੇ ਪੇਪਰ ਦੇ ਲਈ। ਤੇ ਸੰਘਰਸ਼ ਕੀਤਾ ਅਸੀਂ ਆਵਾਜ਼ ਉਠਾਈ ਲੋਕਾਂ ਲਈ, ਤਾਂ ਜਾ ਕੇ ਅਸੀਂ ਕੋਟ ਕੀਤਾ ਕਿ ਜਦੋਂ UPSC ਅਣਗਿਣਤ ਮੌਕੇ ਦਿੰਦੀ ਹੈ ਇਹਨਾਂ ਲੋਕਾਂ ਨੂੰ ਅਪਲਿਫਟ ਕਰਨ ਦੇ। ਹੁਣ ਇੱਕ ਬੱਚਾ ਸਰਕਾਰੀ ਸਕੂਲ 'ਚ ਪੜ੍ਹਿਆ ਹੋਇਆ ਅੱਜ ਤੋਂ 20 ਸਾਲ ਪਹਿਲਾਂ, 10 ਸਾਲ ਪਹਿਲਾਂ, 15 ਸਾਲ ਪਹਿਲਾਂ, ਤੱਪੜਾਂ 'ਤੇ ਪੜ੍ਹਿਆ ਹੋਇਆ, ਉਸ ਤਰ੍ਹਾਂ ਦਾ ਇਨਫਰਾਸਟਰਕਚਰ ਨਹੀਂ ਸੀ ਸਰਕਾਰੀ ਸਕੂਲਾਂ ਦੇ ਵਿੱਚ, ਉਸ ਤਰ੍ਹਾਂ ਦਾ ਸਾਡਾ ਜਿਹੜਾ ਹੈਗਾ ਫਾਈਨੈਂਸ਼ੀਅਲੀ ਸਾਡੀ ਕੰਡੀਸ਼ਨ ਨਹੀਂ ਸੀ, ਤੇ ਇੱਕ ਪੜ੍ਹਿਆ ਹੋਇਆ ICSE ਬੋਰਡ ਦਾ ਬੱਚਾ, ਤੇ ਉਹਦਾ ਮੁਕਾਬਲਾ ਉਹ ਸਕੂਲ ਵਾਲਾ ਬੱਚਾ ਕਿੱਦਾਂ ਕਰ ਲੂ ਜਿਹੜਾ ਤੱਪੜ 'ਤੇ ਪੜ੍ਹ ਕੇ ਆਇਆ ਹੈ। ਤੇ ਜਦੋਂ ਮਤਲਬ ਇਸ ਕਰਕੇ ਇਹਨਾਂ ਲੋਕਾਂ ਨੂੰ ਚਾਂਸ ਮਿਲਣੇ ਚਾਹੀਦੇ ਨੇ, ਕਿਉਂਕਿ ਅਕੋਰਡਿੰਗ ਟੂ UPSC ਫਿਰ ਜਦੋਂ ਵਿਰੋਧ ਹੋਇਆ ਤਾਂ ਉਹਨਾਂ ਨੇ ਅਣਗਿਣਤ ਮੌਕੇ ਕਰ ਦਿੱਤੇ ਸੀ। ਮੇਰੇ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਕੋਈ ਵੀ ਰਹੀਆਂ ਹੋਣ, ਲੇਕਿਨ ਦਲਿਤਾਂ ਦਾ ਭਲਾ ਕਿਸੇ ਵੀ ਸਰਕਾਰ ਨੇ ਜਿਹੜਾ ਦਲਿਤਾਂ ਦੇ ਭਲੇ ਦੀ ਗੱਲ ਕੀਤੀ ਜਾ ਰਹੀ, ਦਲਿਤਾਂ ਜੋ ਜਿਹੜੇ ਕਰੀਮੀ ਅਮੀਰ ਦਲਿਤ ਨੇ ਉਹ ਆਪਣੇ ਭਾਈਚਾਰੇ ਦਾ ਹੀ, ਆਪਣੇ ਭਰਾਵਾਂ ਦਾ ਹੀ ਹੱਕ ਮਾਰ ਰਹੇ ਹੈਗੇ ਨੇ। ਉਹ ਪੜ੍ਹਦੇ ਸਨਾਵਰ ਨੇ, ਕੋਟਾ ਪਿੰਡਾਂ ਦੇ ਸਕੂਲ ਦਾ ਲੈ ਜਾਂਦੇ ਹੈਗੇ ਜੀ, ਰਿਜ਼ਰਵੇਸ਼ਨ ਚਲੋ PCS ਕਲੀਅਰ ਕਰ ਲੈਂਦੇ ਜਾਂ IAS ਕਲੀਅਰ ਕਰ ਲੈਂਦੇ ਜੀ।
ਇਸ 'ਚ ਕੋਈ ਦੋ ਰਾਏ ਨਹੀਂ ਭੁੱਲਰ ਸਾਹਿਬ ਕਿ ਠੀਕ ਹੈ ਉਹ ਬੰਦੇ ਜਿਹੜਾ ਇੱਕ ਲੇਕਿਨ ਉਹ ਬਹੁਤ ਗਿਣਤੀ ਦੇ ਰੇਅਰ ਬੰਦੇ ਨੇ ਭੁੱਲਰ ਸਾਹਿਬ। ਇੱਦਾਂ ਨਹੀਂ ਹੈਗਾ ਕਿ ਸਾਰੀ ਦਲਿਤ ਜਿਹੜੇ ਸਨਾਵਰਾਂ 'ਚ ਪੜ੍ਹ ਰਹੇ ਨੇ, ਸਾਰੀ ਦਲਿਤ ICSEਆਂ 'ਚ ਪੜ੍ਹ ਰਹੇ ਨੇ, ਨਹੀਂ ਇੱਦਾਂ ਨਹੀਂ। ਉਹ ਗਿਣਤੀ ਦੇ ਹੋਣਗੇ, 2% ਹੋਣਗੇ, 3% ਹੋਣਗੇ, ਲੇਕਿਨ 90% ਲੋਕ 95% ਲੋਕ ਹੇਠਾਂ ਜਿਹੜਾ ਸਾਡਾ ਤਬਕਾ ਸੋ ਕਾਲਡ ਮੀਡੀਏਟਰ ਲੋਕ ਨੇ, ਗਰੀਬ ਲੋਕ ਨੇ, ਮਜ਼ਦੂਰ ਲੋਕ ਨੇ। ਸੇ ਇਸ ਕਰਕੇ ਪਹਿਲੀ ਗੱਲ ਤਾਂ ਉਹਨਾਂ ਨੂੰ ਮੈਂ ਇਹ ਨਹੀਂ ਸਮਝਦਾ ਕਿ ਮੈਂ ਉਹਨਾਂ ਨੂੰ ਕੋਟ ਕਰਨਾ ਕਿ ਉਹ ਅਮੀਰ ਬਣ ਗਏ ਤਾਂ ਦਲਿਤ ਸਮਾਜ ਅਮੀਰ ਬਣ ਗਿਆ, ਨਥਿੰਗ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਜੇ 4 ਬੰਦੇ ਬਣ ਗਏ ਸਾਡੇ ਤਾਂ ਕੋਈ ਅਸੀਂ ਉਹਨਾਂ ਦੇ ਕਰਕੇ ਦੂਜਿਆਂ ਨੂੰ ਨਹੀਂ ਰੋਣ ਸਕਦੇ। ਕਿ ਨਾਲੇ ਮੇਨ ਗੱਲ ਹੈ ਜਿਹੜਾ ਜਾਤੀ ਵਿਤਕਰਾ ਨਾ ਭਾਜੀ, ਉਹ ਆਰਥਿਕਤਾ ਨੂੰ ਦੇਖ ਕੇ ਨਹੀਂ ਹੋ ਰਿਹਾ, ਉਹ ਕਾਸਟ ਨੂੰ ਦੇਖ ਕੇ ਹੋ ਰਿਹਾ ਹੈਗਾ, ਉਹ ਜਾਤ ਨੂੰ ਦੇਖ ਕੇ ਹੋ ਰਿਹਾ ਕਿ ਸੋ ਕਾਲਡ ਨੀਵੀਂ ਜਾਤ ਦਾ। ਹੁਣ ਚਰਨਜੀਤ ਸਿੰਘ ਚੰਨੀ ਸੀਗੇ ਜਦੋਂ ਕੈਪਟਨ ਦੀ ਸਰਕਾਰ ਸੀਗੀ, ਜਿਹੜਾ ਕਰਨ ਅਵਤਾਰ ਸਿੰਘ ਸੀਗਾ ਉਹਦੇ ਨਾਲ ਜਦੋਂ ਝਗੜਾ ਪਿਆ ਉਹਨਾਂ ਦਾ ਠੇਕਿਆਂ ਨੂੰ ਲੈ ਕੇ ਜਾਂ ਕੋਈ ਹੋਰ ਕੈਬਨਿਟ ਦੇ ਵਿੱਚ ਬੋਲ ਪੈਂਦੇ ਨੇ, ਤਾਂ ਉੱਥੇ ਜਾ ਕੇ ਅੰਦਰ ਉਹਨਾਂ ਨੂੰ ਉਹਨਾਂ ਦੀ ਇਨਸਲਟ ਕਰਦੇ ਨੇ ਉਹ ਕਰਨ ਅਵਤਾਰ ਹੋਣੀ, ਹੋਰ ਮਿਨਿਸਟਰ ਉਹਦੇ ਨਾਲ ਲੱਗਦੇ ਨੇ ਜਿਹੜੇ ਤੁਹਾਡੇ ਕਈ ਮਿਨਿਸਟਰ ਸੀਗੇ ਕਾਂਗਰਸ ਦੇ ਉਦੋਂ, ਉਹਨਾਂ ਦੇ ਘਰ ਵੀ ਜਾ ਕੇ ਮਤਲਬ ਉਹਨਾਂ ਨੂੰ ਬੇਇੱਜ਼ਤੀਆਂ ਕਰਕੇ ਆਉਂਦੇ ਰਹੇ ਨੇ, ਚੈਨਲਾਂ 'ਤੇ ਚੱਲਦਾ ਰਿਹਾ ਸਾਰਾ ਕੁਝ। ਮਤਲਬ ਉਹ ਤਾਂ ਜੇ ਤੁਸੀਂ ਸਮਝਦੇ ਹੋ ਤੁਹਾਡੀ ਗੱਲ ਵੀ ਉਹ ਅਮੀਰ ਨੇ ਜਾਂ MLA ਨੇ ਜਾਂ ਉਹਨਾਂ ਦੀ ਜਾਇਦਾਦ ਵੱਡੀ ਹੈ, ਫਿਰ ਉਹਨਾਂ ਨਾਲ ਨਹੀਂ ਹੋਣਾ ਚਾਹੀਦਾ ਸੀਗਾ। ਸਾਡੇ ਨਾਲ ਜਿਹੜਾ ਵਿਤਕਰਾ ਹੁੰਦਾ ਨਾ ਭਾਜੀ, ਉਹ ਕਾਸਟ ਬੇਸਡ ਹੁੰਦਾ, ਨਾ ਕਿ ਇਕਨੋਮਿਕਲ ਬੇਸਡ। ਇਸ ਕਰਕੇ ਜੇ ਸਾਡੇ 2 4 5 10 ਬੰਦੇ IAS ਵੱਡੇ ਵੀ ਹੋਣਗੇ ਜਾਂ ਮੰਤਰੀ ਵੀ ਹੋਣਗੇ ਤਾਂ ਉਹਨਾਂ ਨਾਲ ਸਾਡਾ ਦਲਿਤ ਭਾਈਚਾਰਾ ਨਹੀਂ ਬਦਲਿਆ, ਦਲਿਤ ਭਾਈਚਾਰਾ ਤਾਂ ਉੱਥੇ ਹੀ ਹੈ ਜੀ। ਅੱਛਾ, ਇੱਕ ਆਪਾਂ ਕਿਉਂਕਿ ਤੁਸੀਂ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਮਾਲਵੇ ਨੂੰ ਬਹੁਤ ਜ਼ਿਆਦਾ ਕਵਰ ਕਰਦੀ, ਮਾਲਵੇ ਨੂੰ ਇਸ ਯੂਨੀਵਰਸਿਟੀ ਨੇ ਬਹੁਤ ਕੁਛ ਦਿੱਤਾ ਹੈਗਾ। ਆਪਾਂ ਇਹ ਦਲਿਤਾਂ ਦਾ ਛੱਡ ਦਈਏ, ਆਪਾਂ ਕਰਕੇ ਜਿਹੜੇ ਆਰਥਿਕ ਤੌਰ 'ਤੇ ਕਮਜ਼ੋਰ ਨੇ, ਕੋਈ ਚਾਹੇ ਉਹ ਪੰਡਤ ਭਾਈਚਾਰੇ, ਚਾਹੇ ਉਹ ਜੱਟ ਭਾਈਚਾਰੇ, ਚਾਹੇ ਜਨਰਲ ਸਮਾਜ, ਚਾਹੇ ਦਲਿਤ, ਇਹ ਯੂਨੀਵਰਸਿਟੀ 'ਚ ਕਿੰਨੇ ਕੁ ਬੱਚੇ ਪਹੁੰਚ ਜਾਂਦੇ ਨੇ? ਪਿੰਡਾਂ ਦੇ ਬੱਚੇ ਕਿੰਨੇ ਪਹੁੰਚ ਜਾਂਦੇ? ਬੇਸਿਕਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਡੇ ਮਾਲਵੇ ਦਾ ਨਾ ਕਹਿ ਲਓ, ਕਿਉਂਕਿ ਮਾਲਵਾ ਗਰੀਬ ਲੋਕਾਂ ਦਾ ਜਿਹੜਾ ਹੈਗਾ ਗੜ੍ਹ ਹੈ, ਅਤੇ ਮਾਲਵੇ ਖੇਤਰ ਦੇ ਲੋਕ, ਇਹ ਉਹਨਾਂ ਲਈ ਇੱਕ ਵਰਦਾਨ ਹੈ ਪੰਜਾਬੀ ਯੂਨੀਵਰਸਿਟੀ, ਕਿਉਂਕਿ ਇੱਥੇ ਸਸਤੀ ਅਤੇ ਮਿਆਰੀ ਸਿੱਖਿਆ ਸਾਰੇ ਪੰਜਾਬ ਨਾਲੋਂ ਜਿਹੜੀ ਸਸਤੀ ਅਤੇ ਮਿਆਰੀ ਸਿੱਖਿਆ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਹਾ। ਸੋ ਲੇਕਿਨ ਇੱਥੇ ਬਹੁਤ ਗਿਣਤੀ 'ਚ ਬੱਚੇ ਆਉਂਦੇ ਨੇ, ਹਜ਼ਾਰਾਂ ਦੀ ਗਿਣਤੀ 'ਚ ਸਾਡੇ ਬੱਚੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਨੇ, ਔਰ ਗਰੀਬ ਲੋਕਾਂ ਦੇ ਨੇ। ਮੈਂ ਨਹੀਂ ਕਹਿੰਦਾ ਵੀ ਸ਼ਡਿਊਲ ਕਾਸਟ ਲੋਕਾਂ ਦੇ ਨੇ, ਉਹ ਆਮ ਗਰੀਬ ਕੋਈ ਵੀ ਹੋ ਸਕਦਾ, ਚਾਹੇ ਉਹ ਸ਼ਡਿਊਲ ਕਾਸਟ ਹੈ, ਚਾਹੇ ਉਹ ਜੱਟ ਹੈ, ਚਾਹੇ ਉਹ ਬ੍ਰਾਹਮਣ ਹੈ, ਚਾਹੇ ਉਹ ਬਾਣੀਆ, ਗਰੀਬ ਕੋਈ ਵੀ ਆ ਸਕਦਾ ਹੈ। ਔਰ ਪੰਜਾਬੀ ਯੂਨੀਵਰਸਿਟੀ ਨੇ ਬੜੀ ਸਸਤੀ ਐਜੂਕੇਸ਼ਨ ਜਿਹੜੀ। ਕਿੰਨੇ ਕੁ % ਲੋਕ ਆ ਜਾਂਦੇ ਹੈਗੇ ਜੀ? ਉਹ ਘੱਟ ਆਉਂਦੇ ਨੇ ਇੱਥੇ, ਗਰੀਬ ਤਬਕਾ ਤਾਂ ਪਿੰਡਾਂ 'ਚ ਰਹਿ ਜਾਂਦਾ ਉਹਨਾਂ? ਨਹੀਂ, ਇੱਦਾਂ ਹੈਗਾ ਕਿ ਗਰੀਬ ਤਬਕਾ ਵੀ ਅੱਜ ਕੱਲ੍ਹ ਐਡਵਾਂਸ ਹੋਇਆ ਹੋਇਆ, ਐਡਵਾਂਸ ਸੋਚ ਹੈ ਉਹਨਾਂ ਦੀ। ਪੈਸਾ ਨਹੀਂ ਉਹਨਾਂ ਕੋਲ, ਲੇਕਿਨ ਉਹਨਾਂ ਕੋਲ ਉਹਨਾਂ ਦੀ ਥਿੰਕਿੰਗ ਹੈ। ਪਿੱਛੇ ਜੇ ਸੀਗਾ, ਅੱਜ ਤੋਂ 2 ਸਾਲ ਪਹਿਲਾਂ ਦੀ ਮੈਂ ਗੱਲ ਦੱਸਦਾ ਕਿ ਲੋਕਾਂ ਦੇ ਵਿੱਚ 2-3 ਸਾਲ ਪਹਿਲਾਂ ਕੋਵਿਡ ਤੋਂ ਪਹਿਲਾਂ ਦਾ ਰੁਝਾਨ ਸੀਗਾ ਕਿ ਅਸੀਂ IELTS ਕਰਾਉਣਾ ਬੱਚੇ ਨੂੰ। ਇੱਕ ਮੀਡੀਏਟਰ ਬੰਦਾ ਵੀ ਕਹਿੰਦਾ ਮੈਂ 15 ਲੱਖ ਰੁਪਏ ਲਾ ਦੂੰਗਾ, ਕੋਈ ਗੱਲ ਨਹੀਂ ਫੜ ਤੋੜ ਕੇ, ਲੇਕਿਨ ਮੇਰਾ ਬੱਚਾ ਬਾਹਰ ਜਾਊਗਾ, ਸੇਫ ਰਹੂਗਾ। ਲੇਕਿਨ ਹੁਣ ਉਹ ਜਦੋਂ ਤੋਂ ਕੋਵਿਡ ਆਇਆ ਜਾਂ ਲੋਕਾਂ ਕੋਲ ਹੀਲੇ ਵਸੀਲੇ ਘਟ ਗਏ, ਤਾਂ ਹੁਣ ਦੁਬਾਰਾ ਫੇਰ ਸਾਡੀਆਂ ਯੂਨੀਵਰਸਿਟੀਆਂ ਹਰੀਆਂ ਭਰੀਆਂ ਹੋ ਗਈਆਂ ਨੇ, ਵਿਦਿਆਰਥੀਆਂ ਨਾਲ ਜਿਹੜੀਆਂ ਭਰ ਚੁੱਕੀਆਂ ਨੇ। ਔਰ ਹੁਣ ਵੀ ਐਡਮਿਸ਼ਨ ਲਈ ਪਹਿਲਾਂ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ, ਸਾਡੇ ਉਰੇ BTech ਹੈ, MTech ਹੈ, ਅਤੇ ਉਹਦੇ ਲਈ ਇੰਟਰੈਂਸ ਹੁੰਦਾ ਸੀਗਾ। ਅਤੇ ਜਦੋਂ ਬੱਚੇ ਘਟ ਗਏ, ਗਿਣਤੀ ਘਟ ਗਈ, ਤਾਂ ਇਹਨਾਂ ਨੇ ਇੰਟਰੈਂਸ ਉਡਾ ਦਿੱਤਾ ਕਿ ਨਹੀਂ ਅਸੀਂ ਮੈਰਿਟ ਬੇਸ ਰੱਖਾਂਗੇ। ਅਤੇ ਹੁਣ ਅੱਜ ਦੀ ਪੋਜੀਸ਼ਨ ਇਹ ਆ ਕਿ ਲਾਈਨਾਂ 'ਚ ਨੇ ਲੋਕ ਕਿ ਸਾਨੂੰ BTech ਕੰਪਿਊਟਰ ਇੰਜੀਨੀਅਰ 'ਚ ਦਾਖਲਾ ਮਿਲ ਜੇ, BTech ਸਿਵਲ 'ਚ ਮਿਲ ਜੇ। ਮਤਲਬ ਬਹੁਤ ਗਿਣਤੀ ਦੇ ਵਿੱਚ ਜੇ ਉਰੇ 200 ਸੀਟ BTech ਦੀ ਹੈ ਜਾਂ 300 ਸੀਟ BTech ਦੀ ਹੈ, ਤਾਂ ਨੀਅਰ ਅਬਾਊਟ 5000 ਬੰਦੇ ਨੇ ਉੱਥੇ ਅਪਲਾਈ ਕੀਤਾ ਹੋਊਗਾ। ਸੋ ਮੇਰਾ ਆਖਰੀ ਸਵਾਲ ਹੈ ਕਿ ਸਮਾਜ ਨੂੰ ਤੁਸੀਂ ਬੜੀ ਚੇਤਨਾ ਲੈ ਕੇ ਚੱਲੇ ਹੋ, ਇੱਕ ਮਿਸ਼ਨ ਲੈ ਕੇ ਚੱਲੇ, ਇੱਕ ਵਿਤਕਰਾ, ਇੱਕ ਸ਼ੋਸ਼ਣ, ਇੱਕ ਅਤਿਆਚਾਰ, ਸ਼ਬਦ ਇੱਕੋ ਹੀ ਲੱਗਦੇ ਹੈਗੇ ਨੇ ਕਿ ਜਾਂ ਵਖਰੇਵਾਂ ਲੱਗਦਾ ਹੈਗਾ ਕਿ ਪੰਜਾਬ 'ਚ ਹੋ ਰਿਹਾ ਜੀ? ਸ਼ੋਸ਼ਣ, ਵਿਤਕਰਾ ਅਤੇ ਅਤਿਆਚਾਰ ਸੇਮ ਹੀ ਵਰਡ ਨੇ, ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਜੇ ਕੋਈ ਨੌਕਰੀ ਲੱਗ ਗਿਆ ਤਾਂ ਉੱਥੇ ਉਹਦੇ ਨਾਲ ਇੰਸਟੀਚਿਊਟ 'ਚ ਵਿਤਕਰਾ ਹੋ ਰਿਹਾ, ਉੱਥੇ ਉਹਦਾ ਇੰਸਟੀਚਿਊਟ ਸ਼ੋਸ਼ਣ ਹੋ ਰਿਹਾ, ਉੱਥੇ ਉਹਦੇ ਨਾਲ ਕਾਸਟਿਜ਼ਮ ਹੋ ਰਹੀ ਹੈ। ਜੇ ਸਾਡਾ ਕੋਈ ਬੱਚਾ ਪੜ੍ਹ ਰਿਹਾ ਕਿਸੇ ਕਾਲਜ 'ਚ ਜਾਂ ਕਿਸੇ ਯੂਨੀਵਰਸਿਟੀ 'ਚ, ਫੋਰ ਐਗਜ਼ਾਮਪਲ ਪੋਸਟ ਮੈਟ੍ਰਿਕ ਦੀ ਗੱਲ ਲਾ ਲਓ, ਤਾਂ ਉੱਥੇ ਵੀ ਸਰਕਾਰਾਂ ਨੇ ਜਿਹੜਾ 18 ਤੋਂ ਲੈ ਕੇ ਦੇਖੋ 1700 ਕਰੋੜ ਰੁਪਏ ਪੈਂਡਿੰਗ ਪਿਆ ਵਿਦ ਸਟੇਟ ਵਿਦ ਸੈਂਟਰ ਗੌਰਮੈਂਟ ਦਾ। ਅਤੇ ਜਦੋਂ ਤੱਕ ਹੁਣ PMS ਨਹੀਂ ਆਉਂਦਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਨਹੀਂ ਆਉਂਦੀ, ਉਦੋਂ ਤੱਕ ਉਹਨਾਂ ਦੀਆਂ ਡਿਗਰੀਆਂ ਡਿਪਲੋਮੇ ਰੋਕੇ ਗਏ ਨੇ। ਦਲਿਤਾਂ ਦੇ ਪੈਸੇ ਖਾ ਗਏ। ਹਾਂ ਬਿਲਕੁਲ ਖਾ ਗਏ ਜੀ। ਨਹੀਂ, ਇਹ 'ਚ ਤੁਹਾਡੀ ਗੱਲ ਠੀਕ ਹੈ, ਕਿਉਂਕਿ ਦਲਿਤ ਮਿਨਿਸਟਰ ਸੀਗਾ, ਸਾਧੂ ਸਿੰਘ ਧਰਮਸੋਤ ਸੀਗਾ, ਉਹਦੇ 'ਤੇ ਆਰੋਪ ਲੱਗੇ ਕਿ ਉਹਨੇ ਜਿਹੜਾ 68 ਕਰੋੜ ਰੁਪਈਆ ਖਾਧਾ, ਅਤੇ ਉਦੋਂ ਬਾਅਦ ਕੈਪਟਨ ਸਾਹਿਬ ਨੇ ਉਹਨੂੰ ਕਲੀਨ ਚਿੱਟ ਦਿੱਤੀ। ਬਿਲਕੁਲ ਸਾਡਾ ਪੈਸਾ ਸੀ ਅਤੇ ਸਾਡੇ ਲੋਕ ਹੀ ਖਾ ਗਏ। ਅੱਜ ਉਹ ਫਿਰ ਕਿੱਥੇ ਹੈ? ਅੱਜ ਉਹਦੀ ਜ਼ਮਾਨਤ ਵੀ ਜ਼ਬਤ ਹੋ ਗਈ ਹੈ। ਸਾਡੇ ਲੋਕ ਇੱਦਾਂ ਦੇ ਨੇ, ਜੇ ਕਿਸੇ ਦਾ ਗੁਨਾਹ ਕਰੋਗੇ ਕਿਸੇ ਲਈ, ਜੇ ਕਿਸੇ ਲਈ ਵਜਰ ਪਾਪ ਕਰੋਗੇ, ਉਹਦੀ ਸਜ਼ਾ ਤੁਹਾਨੂੰ ਇੱਥੇ ਹੀ ਮਿਲ ਜਾਣੀ ਹੈ। ਪਿੰਡਾਂ 'ਚ ਮਜ਼ਦੂਰਾਂ ਦੀ ਗੱਲ ਹੋ ਰਹੀ ਜਾਂ ਨਵੀਂ ਸਰਕਾਰ ਮਜ਼ਦੂਰਾਂ ਦੀ ਗੱਲ ਕਰੀ ਜੀ? ਭਾਜੀ ਮਜ਼ਦੂਰਾਂ ਬਾਰੇ ਬਿਲਕੁਲ ਨਹੀਂ ਕੋਈ ਸੋਚਿਆ ਜਾ ਰਿਹਾ। ਮਜ਼ਦੂਰਾਂ ਦਾ 2020 ਦੇ ਵਿੱਚ ਜਿਹੜਾ ਹੈਗਾ ਲੇਬਰ ਕਮਿਸ਼ਨ ਨੇ ਮਿਹਨਤਾਨਾ ਵਧਾਇਆ ਸੀ, 368 ਰੁਪਏ ਦਿਹਾੜੀ ਕੀਤੀ ਸੀ, ਲੇਕਿਨ ਅੱਜ ਵੀ ਉੱਥੇ ਹੀ ਖੜੀ ਹੈ।
ਔਰ ਤੇਲ ਲਾ ਲਓ, ਚਾਹ ਪੱਤੀ ਲਾ ਲਓ, ਹੈ ਸਾਰਾ ਕੁਝ, ਸਿਲੰਡਰ ਲਾ ਲਓ, ਉਹ ਕਿੱਥੇ ਪਹੁੰਚ ਗਿਆ? 1100 ਰੁਪਏ ਦਾ ਸਿਲੰਡਰ ਹੈ ਤੇ ਮਜ਼ਦੂਰ ਦੀ ਦਿਹਾੜੀ ਕਿੰਨੀ ਹੈ? 368 ਰੁਪਏ। ਸੋ ਅਸੀਂ ਸਰਕਾਰਾਂ ਬਿਲਕੁਲ ਨਹੀਂ ਸੋਚ ਰਹੀਆਂ। ਸਰਕਾਰਾਂ ਨੇ 1,55 ਕਰੋੜ 860 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, 1 ਰੁਪਈਆ ਮਜ਼ਦੂਰਾਂ ਨੇ ਰੱਖਿਆ, ਬਾਕੀ ਸਭ ਤਬਕਿਆਂ ਨੂੰ ਸਭ ਕੁਝ ਦਿੱਤਾ। ਲੇਕਿਨ ਮਜ਼ਦੂਰਾਂ ਦਾ ਪ੍ਰਾਈਵੇਟ ਕੰਪਨੀਆਂ ਤੋਂ ਕਰਜ਼ੇ ਤੇ ਕੋਈ ਲਕੀਰ ਨਹੀਂ, ਕੋਈ ਮਾਫੀ ਨਹੀਂ। ਮਜ਼ਦੂਰਾਂ ਨੂੰ ਨਾ ਹੀ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਮੈਂਬਰਸ਼ਿਪ ਹੈ ਕਿ ਉਹ 20,000 50,000 ਦਾ ਉਹ ਵੀ ਲੋਨ ਲੈ ਕੇ ਕੋਈ ਅਪਲਿਫਟ ਕਰ ਪਾਉਣ ਆਪਣੇ ਆਪ ਨੂੰ। ਮਜ਼ਦੂਰਾਂ ਦੀ ਦਿਹਾੜੀ ਨਹੀਂ ਵਧਾਈ ਗਈ, ਮਜ਼ਦੂਰਾਂ ਲਈ ਕੋਈ ਇੰਸ਼ੋਰੈਂਸ ਬੀਮਾ ਸਕੀਮ ਨਹੀਂ। ਮਜ਼ਦੂਰਾਂ ਨੂੰ ਸਰਕਾਰ ਭੁਲਾ ਚੁੱਕੀ ਹੈ, ਪੰਜਾਬ ਸਰਕਾਰ। ਔਰ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਮਜ਼ਦੂਰ ਦੀ ਦਿਹਾੜੀ ਹੈ ਉਹ ਵਧਾਈ ਜਾਵੇ, ਉਹ 700 ਰੁਪਏ ਕੀਤੀ ਜਾਵੇ ਔਰ ਇਹਨਾਂ ਦਾ ਇੰਸ਼ੋਰੈਂਸ ਕੀਤਾ ਜਾਵੇ। ਕੋਈ ਜਦੋਂ ਮਰ ਜਾਂਦਾ ਹੈ ਮਜ਼ਦੂਰ, ਉਹਦੇ ਪਰਿਵਾਰ ਨੂੰ ਵੀ ਵਿੱਤੀ ਮਦਦ ਦਿੱਤੀ ਜਾਵੇ। ਮਾਲਵੇ ਜਿਹੜੇ ਮਜ਼ਦੂਰ ਭਾਈਚਾਰਾ ਉਹ ਕਹਿ ਰਹੇ ਕਿ ਜ਼ਮੀਨਾਂ 'ਚ ਵੀ ਸਾਡਾ 1/3 ਹਿੱਸਾ ਹੋਣਾ ਚਾਹੀਦਾ। ਉਹ ਤਾਂ ਲੱਗਦਾ ਕਿ ਲੜਾਈ ਵੱਡੀ ਆ, ਹਾਂ, ਉਹ ਰਿਜ਼ਲਟ ਵੀ ਮਾੜੇ ਨਿਕਲ ਸਕਦੇ ਨੇ। ਨਹੀਂ ਭਾਜੀ, ਇਹ ਤਾਂ ਜਿਹੜਾ ਹੈਗਾ ਸਾਡਾ 1/3 ਹਿੱਸਾ ਤਾਂ ਸਾਡੇ ਕਾਨੂੰਨ ਅਨੁਸਾਰ ਮਿਲਦਾ ਸਾਨੂੰ। ਕੋਈ ਜਿਹੜਾ ਹੈਗਾ ਇੱਦਾਂ ਹੀ ਗਿਫਟ ਨਹੀਂ ਦੇ ਰਿਹਾ। ਇਹ ਸਾਡਾ ਲਾਅ ਕਹਿੰਦਾ, ਸਾਡਾ ਕਾਨੂੰਨ ਕਹਿੰਦਾ ਕਿ ਜੇ 100 ਕਿੱਲਾ ਤਾਂ ਉਹਦੇ 'ਚ 33 ਕਿੱਲੇ ਸਾਡੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਮਿਲਣੇ ਹੀ ਮਿਲਣੇ ਨੇ। ਲੇਕਿਨ ਪੰਜਾਬ 'ਚ ਬਹੁਤ ਘੱਟ ਥਾਵਾਂ ਨੇ ਜਿੱਥੇ ਲੜਾਈਆਂ ਲੜੀਆਂ ਜਾ ਰਹੀਆਂ ਨੇ, ਜਿੱਥੇ ਖੂਨੋ ਖੂਨ ਮਾਤਾ ਗੁਰਦੇਵ ਕੌਰ ਦੀ ਕਤਲ ਕਰ ਦਿੱਤਾ ਜਾਂਦਾ, ਜਿੱਥੇ ਇਹਦੇ ਪਿੱਛੇ ਜ਼ਮੀਨਾਂ ਪਿੱਛੇ ਆਪਣੀ ਹੱਕ ਲੈਣ ਵਾਸਤੇ। ਸੋ ਲੇਕਿਨ ਸਰਕਾਰਾਂ ਜੇ ਚਾਹਣ ਤਾਂ ਇੱਕ ਪੈਨ ਚਲਾ ਕੇ 1 ਮਿੰਟ ਦੇ ਵਿੱਚ ਉਹਨਾਂ ਨੂੰ ਉਹ ਹਿੱਸਾ ਮਿਲ ਸਕਦਾ। ਚਲੋ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਜੀ। ਔਰ ਜਿੱਥੋਂ ਤੱਕ ਦੇਸ਼ ਦਾ ਸਵਾਲ ਹੈ, ਦੇਸ਼ ਦੇ ਵਿੱਚ 75 ਸਾਲ ਹੋ ਚੁੱਕੇ ਨੇ ਆਜ਼ਾਦੀ ਦੀ ਵਰ੍ਹੇਗੰਢ ਨੂੰ ਲੈ ਕੇ, ਲੇਕਿਨ ਭਾਈਚਾਰੇ ਦਾ ਇਹਨਾਂ ਦਾ ਮੰਨਣਾ ਹੈ ਕਿ ਹੱਲੇ ਵੀ ਸਾਡਾ ਜਿਹੜਾ ਵਿਤਕਰਾ ਹੋ ਰਿਹਾ, ਵਿਤਕਰਾ ਆਰਥਿਕ ਤੌਰ ਤੇ ਨਹੀਂ, ਵਿਤਕਰਾ ਜਾਤ ਦੇ ਤੌਰ ਤੇ ਹੋ ਰਿਹਾ। ਲੇਕਿਨ ਫਿਰ ਵੀ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਕਿੰਨਾ ਬਦਲਾਅ ਆਉਂਦਾ ਹੈਗਾ। ਪਰ ਇੱਕ ਗੱਲ ਹੈ ਕਿ ਜਿਸ ਤਰ੍ਹਾਂ ਬਾਕੀ ਸੂਬਿਆਂ ਦੇ ਵਿੱਚ ਦਲਿਤ ਭਾਈਚਾਰੇ ਦਾ ਨਾਲ ਵਿਤਕਰਾ ਹੁੰਦਾ, ਉਹਦੇ ਮਸਲੇ ਦੇ ਵਿੱਚ ਪੰਜਾਬ 'ਚ ਘੱਟ ਹੈ। ਸ਼ਾਇਦ ਗੁਰੂ ਸਾਹਿਬ, ਪੀਰ ਪੈਗੰਬਰ, ਸੂਰਵੀਰ ਇੱਥੇ ਪੈਦਾ ਹੋਏ ਨੇ, ਪਰ ਜਿੱਥੋਂ ਤੱਕ ਸਰਕਾਰਾਂ ਦੇ ਲੈਵਲ 'ਤੇ ਪਾਲਿਸੀਆਂ, ਉਹ ਵਾਕਈ ਗੱਲ ਚਿੰਤਾ ਵਾਲੀ ਹੈ ਕਿ ਜੇ ਕਾਨੂੰਨ ਅਫਸਰ ਰੱਖਣੇ ਹੈਗੇ ਤਾਂ ਇਹ ਕਹਿ ਕੇ ਨਹੀਂ ਰੱਖੇ ਜਾਂਦੇ ਕਿ ਜੀ ਉਹਨਾਂ ਦੀ ਯੋਗਤਾ ਜਾਂ ਉਹ ਲਾਇਕ ਨਹੀਂ ਹੈ ਜਾਂ ਕਾਬਲ ਨਹੀਂ ਹੈ। ਅਤੇ ਜੇ ਕਾਬਲ ਨਹੀਂ ਹੈ ਤਾਂ ਫਿਰ ਸੂਬੇ ਦੇ ਵਿੱਚ ਮੁੱਖ ਸਕੱਤਰ, ਵਿੱਤ ਮੰਤਰੀ, ਪਾਵਰ ਮੰਤਰੀ ਉਹ ਵੀ ਉਸੇ ਭਾਈਚਾਰੇ ਤੋਂ ਨੇ। ਸਵਾਲ ਵੱਡਾ ਤੇ ਜਵਾਬ ਭਗਵੰਤ ਮਾਨ ਸਾਹਿਬ ਕੋਲ ਸਪਸ਼ਟ ਹੈ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਪਟਿਆਲਾ।